ਵੱਖ ਤਰ੍ਹਾਂ ਦੀਆਂ ਮਠਿਆਈਆਂ ਜਿਹੜੀਆਂ ਸਾਡੀ ਬਣ ਕੇ ਪੱਕ ਕੇ ਰੈਡੀ ਹੋ ਚੁੱਕੀਆਂ। ਸ਼ੁਰੂਆਤ ਆਪਾਂ ਕਿੱਥੋਂ ਕਰਦੇ ਹਾਂ? ਮਤਲਬ ਜਿਹੜੀ ਮਠਿਆਈ ਦੀ ਸ਼ੁਰੂਆਤ ਹੁੰਦੀ ਆ, ਮਤਲਬ ਪਹਿਲਾਂ ਆਟਾ ਜਿੱਦਾਂ ਆਪਾਂ ਪੁਰਾਣੀਆਂ ਬੀਬੀਆਂ ਆਪਣੀਆਂ ਗੁੰਨਦੀਆਂ ਸੀਗੀਆਂ, ਉਦੋਂ ਦਾ ਹੱਥਾਂ ਨਾਲ ਹੀ ਹੁੰਦਾ ਸੀ ਨਾ। ਹੁਣ ਦੇਖੋ ਕਿੰਨੀ ਟੈਕਨੋਲੋਜੀ ਜਿਹੜੀ ਚੇਂਜ ਹੋ ਗਈ ਆ। ਇਹ ਤੁਸੀਂ ਦੇਖ ਸਕਦੇ ਹੋ ਜੀ, ਇਹ ਮਸ਼ੀਨ ਦੇਖੋ ਕਿੱਦਾਂ ਘੁੰਮ ਰਹੀ ਆ ਤੇ ਇਹਦੇ ਵਿੱਚ ਭਾਜੀ ਹੁਣਾਂ ਨੇ ਦੱਸਿਆ ਵੀ 80 ਕਿਲੋ ਆਟਾ ਇੱਕ ਵਾਰੀ ਪਾਇਆ ਜਾਂਦਾ। ਤੇ ਪਰ ਇਹ ਮਸ਼ੀਨ ਜਿਹੜੀ ਆ ਉਹ ਵੇਲਣੇ ਦਾ ਕੰਮ ਕਰ ਰਹੀ ਆ। ਇਹ ਚੰਬੇਲੇ ਆ ਜੀ, ਤੇ ਬਾਅਦ ਦੇ ਵਿੱਚ ਫਰੀਤੀ ਕਰੇ ਕੀਤੇ ਜਾਣਗੇ, ਤਲੇ ਜਾਣਗੇ, ਤਲ ਕੇ ਤਾਂ ਫਿਰ ਬਾਅਦ ਦੇ ਵਿੱਚ ਤਿਆਰ ਹੋਣਗੇ ਖੰਡ ਲਾ ਕੇ। ਇਹ ਕਿਹੜੀ ਆਈਟਮ ਤਿਆਰ ਕਰ ਰਹੇ ਆ ਤੇ ਕੀ ਬਣਾ ਰਹੇ ਹੋ ਤੁਸੀਂ ਜੀ? ਇਹ ਜੀ ਕਰਨੇਤੀ ਕਹਿ ਦਈਦੀ ਆਪਾਂ ਇਹਨਾਂ ਨੂੰ, ਜਿੱਦਾਂ ਬਰੋਸ਼ ਟਾਈਪ ਹੋ ਜਾਂਦੇ ਆ। ਇਹ ਦਾ ਚਾਕਲੇਟ ਵਾਲੇ ਆ, ਇਹਦੇ ਉੱਤੇ ਫਰੈਸ਼ ਕਰੀਮ ਪਾਈ ਦੀ ਆ। ਜਿੱਦਾਂ ਇਹ ਚਾਣੀ ਲੈ ਲੈਣੀ ਆਪਾਂ ਨਾ, ਚਾਣੀ ਲੈ ਕੇ ਬੁਰਸ਼ ਨਾਲ ਜਿੱਦਾਂ ਇਹਦਾ ਲਾ ਦੇਣੀ ਜਿੱਦਾਂ ਇਹਦੇ ਉੱਤੇ। ਇਹ ਮਤਲਬ ਠੰਡੇ ਹੋਏ ਤੇ ਲਾਉਣੀ ਜਾਂ ਗਰਮ? ਨਹੀਂ, ਗਰਮ ਤੇ ਲਾਉਣੀ ਆ। ਜੇ ਠੰਡੇ ਹੋਏ ਤੇ ਲਾਉਣੀ ਫਿਰ ਲੱਗਣੀ ਨਹੀਂ ਇਹਦੇ। ਹਾਂਜੀ, ਆਹ ਹੈਗਾ ਜੀ ਜਿਹੜੀ ਹੁਣ ਬਾਹਰ ਆਈਟਮ ਦਿਸ ਰਹੀ ਆ, ਇਹ ਬਦਾਮ ਉੱਤੇ ਪਾਏ ਹੋਏ ਆ ਤੇ ਵਿੱਚ ਇਹਦੇ ਕਰੀਮ ਆ। ਤੇ ਆਹ ਹੈਗਾ ਜਿਹੜਾ ਜੀ, ਇਹ ਹੈਗੀ ਯਾਰ ਘੋਟਾ ਆ ਤੇ ਨਾਲ ਇਹਦੇ ਚਾਕਲੇਟ ਆ ਜੀ। ਕਿਉਂਕਿ ਵੱਖ-ਵੱਖ ਬਾਰਾਂ ਦੇ ਸਾਡੇ ਕੋਲ ਆਰਡਰ ਹੁੰਦੇ ਆ ਤੇ ਉਹਨਾਂ ਦੇ ਅਸੀਂ ਟਾਈਮ ਵਗੈਰਾ ਲਿਖਿਆ ਹੁੰਦਾ ਕਿ ਕਿੰਨੇ ਵਜੇ ਕਿਹੜੀ ਤੇ ਕਿੰਨੇ ਵਜੇ ਕਿੱਥੇ ਪਹੁੰਚਾਉਣਾ ਹੈਗਾ। ਤੇ ਅਸੀਂ ਰੂਮ ਦੇ ਆਲੇ ਦੁਆਲੇ ਦੇ ਕਸਬਿਆਂ ਵਿੱਚ ਵੀ ਜਾਂਦੇ ਆ ਸਮਾਨ ਲੈ ਕੇ, ਤੇ ਉਸ ਸਵੇਰੇ ਰੋਜ਼ਾਨਾ 4 ਵਜੇ ਜਾਈਦਾ ਜੀ, ਤੇ 8:30-9 ਵਜੇ ਦੇ ਤਕਰੀਬਨ ਉਹ ਸਮਾਨ ਸਾਰੀਆਂ ਬਾਰਾਂ ਦੇ ਉੱਤੇ ਡਿਲੀਵਰ ਕਰਕੇ ਤੇ ਅਸੀਂ ਵਾਪਸ ਜਿਹੜਾ ਫਿਰ ਇੱਥੇ ਆ ਜਾਈਦਾ ਜੀ। ਤੇ ਇੱਥੋਂ ਵੀ ਸਾਡਾ ਸਮਾਨ ਜਿਹੜਾ ਆ ਕਸਟਮਰ ਆਉਂਦੇ ਆ ਤੇ ਲੈ ਕੇ ਜਾਂਦੇ ਆ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਅਸੀਂ ਇਸ ਫੈਕਟਰੀ ਦੇ ਵਿੱਚ ਤਕਰੀਬਨ 20-22 ਵਰਕਰ ਹੈਗੇ ਜਿਹੜੇ ਇਕੱਠੇ ਕੰਮ ਕਰਦੇ ਆ, ਕੁਝ ਰਾਤ ਨੂੰ ਕੁਝ ਦਿਨ ਨੂੰ, ਜਿੱਦਾਂ ਵੱਖਰੀ ਤੁਰਨੋਂ ਆ ਸਾਰਿਆਂ ਦੀ। ਤੇ ਬਹੁਤ ਵਧੀਆ ਮਾਹੌਲ ਆ, ਸਾਰੇ ਇੱਕ ਪਰਿਵਾਰ ਵਾਂਗੂ ਰਹਿੰਦੇ ਆ। ਮਾਲਕਾਂ ਨਾਲ ਵੀ ਕਦੀ ਇਦਾਂ ਨਹੀਂ ਹੋਇਆ ਵੀ ਮਾਲਕ ਆ ਜਾਂ ਕੋਈ ਵਰਕਰ ਆ ਜਾਂ ਕਿੱਦਾਂ, ਸਾਰਿਆਂ ਦਾ ਵਧੀਆ ਪਿਆਰ ਬਣਿਆ। ਗ੍ਰਾਸੀ Prego, numeri 1. ਇਹਨਾਂ ਦੱਸਿਆ ਜੀ 1 ਨੰਬਰ ਤੇ ਜਿਹੜੀ ਸ਼ਾਪ ਆ ਇੱਥੇ ਇਸ ਏਰੀਏ ਵਿੱਚ ਹੈ ਜੀ। KTV ਦੇਖ ਰਹੇ ਸਮੂਹ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। KTV ਦੀ ਟੀਮ ਦਾ ਹਮੇਸ਼ਾ ਇੱਕ ਮਕਸਦ ਰਿਹਾ ਵਾ ਕਿ ਸਾਡੇ ਪੰਜਾਬੀ ਭਰਾ ਆਪਣਾ ਦੇਸ਼ ਛੱਡ ਕੇ ਰੋਜੀ ਰੋਟੀ ਦੀ ਖਾਤਰ ਜਿੱਥੇ ਵਿਦੇਸ਼ਾਂ ਵਿੱਚ ਆਏ ਨੇ ਔਰ ਇਹਨਾਂ ਨੇ ਬੜੀਆਂ ਵੱਡੀਆਂ ਕਾਮਯਾਬੀਆਂ ਕੀਤੀਆਂ ਨੇ ਆਪਣੀ ਮਿਹਨਤ ਦੇ ਸਦਕੇ। ਤੇ ਅਸੀਂ ਇੱਕ ਸਪੈਸ਼ਲ ਪ੍ਰੋਗਰਾਮ ਤਿਆਰ ਕੀਤਾ ਵਾ, ਜਿਹਦੇ ਵਿੱਚ ਅਸੀਂ ਤੁਹਾਨੂੰ ਸਿਰਫ ਆਏ ਹਫਤੇ ਇਹ ਦਿਖਾਇਆ ਕਰਾਂਗੇ ਕਿ ਕਿਸ ਤਰ੍ਹਾਂ ਸਾਡੇ ਪੰਜਾਬੀ ਵੀਰਾਂ ਨੇ ਉਸ ਪੰਜਾਬ ਦੀ ਧਰਤੀ ਤੋਂ ਆ ਕੇ ਵਿਦੇਸ਼ਾਂ ਦੇ ਵਿੱਚ ਵੱਡੀਆਂ ਮੱਲਾਂ ਮਾਰੀਆਂ ਨੇ। ਚਾਹੇ ਉਹ ਕਿਸੇ ਕੈਨੇਡਾ ਵਰਗੇ ਮੁਲਕ ਵਿੱਚ ਜਾ ਕੇ ਇੱਕ ਪ੍ਰਧਾਨ ਮੰਤਰੀ ਦੀ ਇਲੈਕਸ਼ਨ ਲੜਨੀ ਜਾਂ ਪ੍ਰਧਾਨ ਮੰਤਰੀ ਬਣਨ ਦਾ ਸੁਪਨਾ ਲੈਣਾ, ਚਾਹੇ ਇੱਕ ਸਿੱਖ ਵੱਲੋਂ ਉੱਥੋਂ ਦਾ ਗ੍ਰਹਿ ਮੰਤਰੀ ਬਣਨਾ, ਵਿਦੇਸ਼ ਮੰਤਰੀ ਬਣਨਾ, ਜਾਂ ਕਿਸੇ ਦੇਸ਼ ਦਾ MP ਬਣਨਾ, ਇਹ ਸਾਡੀ ਸਿੱਖ ਕੌਮ ਦੇ ਹਿੱਸੇ ਆਇਆ ਤੇ ਸਾਡੀਆਂ ਉਹ ਮਾਣਮੱਤੀਆਂ ਪ੍ਰਾਪਤੀਆਂ ਨੇ ਜਿਹੜੀਆਂ ਕਿ ਆਉਣ ਵਾਲੇ ਸਮੇਂ 'ਚ ਪੀੜ੍ਹੀਆਂ ਤੱਕ ਇਤਿਹਾਸ ਇਹਨਾਂ ਨੂੰ ਯਾਦ ਰੱਖੇਗਾ। ਸੋ ਅੱਜ ਅਸੀਂ ਪਹੁੰਚੇ ਹਾਂ ਇਟਲੀ ਦੀ ਰਾਜਧਾਨੀ ਰੋਮ ਵਿਖੇ। UK ਤੋਂ ਸਾਡੀ ਜਿਹੜੀ KTV ਦੀ ਟੀਮ ਆ ਸਾਡੇ ਨਾਲ ਆ, ਤੇ ਅਸੀਂ ਅੱਜ ਇੱਥੇ ਇਟਾਲੀਅਨ ਜਿਹੜੀਆਂ ਮਠਿਆਈਆਂ ਵਾ ਉਹਨਾਂ ਦੀ ਇੱਕ ਫੈਕਟਰੀ ਆ, ਉਹ ਤੁਹਾਡੇ ਸਨਮੁਖ ਪੇਸ਼ ਕਰਾਂਗੇ। ਆਪਣੇ ਦਰਸ਼ਕਾਂ ਨੂੰ ਉਹ ਫੈਕਟਰੀ ਆ ਜਿਹੜੀ ਦਿਖਾਵਾਂਗਾ, ਤੇ ਮੈਂ ਆਪਣੇ ਕੈਮਰਾਮੈਨ ਨੂੰ ਆਖਾਂਗਾ ਕਿ ਉਹ ਸਾਹਮਣੇ ਜਿਹੜਾ ਇੱਕ ਬੋਰਡ ਲੱਗਿਆ ਵਾ ਦੋਲਚੇ ਮੀਓ ਦਾ, ਤੇ ਇਸ ਇੱਕ ਫੈਕਟਰੀ ਦੇ ਵਿੱਚ ਇਟਾਲੀਅਨ ਜਿਹੜੀਆਂ ਮਠਿਆਈਆਂ, ਜਿਸ ਤਰ੍ਹਾਂ ਅਸੀਂ ਪੰਜਾਬ ਦੇ ਵਿੱਚ ਰਸਗੁੱਲੇ, ਗੁਲਾਬ ਜਾਮਨਾ, ਬਰਫੀ ਬਣਾਉਂਦੇ ਆ, ਔਰ ਇਸ ਫੈਕਟਰੀ ਦੇ ਵਿੱਚ ਸਾਡੇ ਗੁਰਸਿੱਖ ਭਰਾਵਾਂ ਵੱਲੋਂ ਜਿਹੜੇ ਕਿ ਦਸਤਾਰਾਂ ਸਜਾਉਂਦੇ ਨੇ, ਦਾੜੇ ਰੱਖੇ ਹੋਏ ਨੇ, ਕੇਸ ਰੱਖੇ ਨੇ, ਔਰ ਉਹ ਗੁਰਸਿੱਖ ਸਾਡੇ ਵੀਰ ਇਸ ਫੈਕਟਰੀ ਦੇ ਮਾਲਕ ਨੇ। ਬਾਅਦ ਵਿੱਚ ਉਹਦੇ ਉੱਤੇ ਕੁਝ ਬੋਰਡ ਲੱਗੇ ਨੇ, COVID-19 ਦੇ ਜਿਹੜੇ ਨਵੇਂ ਕਾਨੂੰਨ ਬਣੇ ਨੇ ਸਰਕਾਰ ਨੇ COVID-19 ਦੌਰਾਨ, ਉਹਦੇ ਬੋਰਡ ਲੱਗੇ ਨੇ। ਤੇ ਅਸੀਂ ਤੁਹਾਨੂੰ ਉਸ ਫੈਕਟਰੀ ਦੇ ਜਿਹੜੇ ਆ ਉਹ ਦਰਸ਼ਨ ਕਰਵਾ ਰਹੇ ਹਾਂ। ਆ ਸਾਹਮਣੇ ਇੱਕ ਬੋਰਡ ਲਿਖਿਆ ਹੋਇਆ ਜੀ ਇਟਾਲੀਅਨ ਦੇ ਵਿੱਚ
Laboratorio Pasticceria Dolce Mio Servizio 24 su 24 ਇਟਾਲੀਅਨ ਦੇ ਵਿੱਚ ਜਿਹੜਾ ਇੱਕ ਬੋਰਡ ਲਿਖਿਆ ਵਾ ਔਰ ਇਹਦਾ ਇੱਕ ਮਤਲਬ ਇਹ ਬਣਦਾ ਵੀ ਇੱਕ ਮਠਿਆਈਆਂ ਦੀ ਜਿਹੜੀ ਆ ਜਿੱਦਾਂ ਆਪਾਂ ਇੰਡੀਆ ਦੇ ਵਿੱਚ ਬੇਕਰੀ ਕਹਿ ਦਿੰਦੇ ਆ ਉਹ ਚੀਜ਼ ਆ ਤੇ ਇੱਥੇ 24 ਘੰਟੇ ਜਿਹੜੇ ਆ ਵਰਕਰ ਆ ਉਹ ਕੰਮ ਕਰਦੇ ਆ। ਇਹ 24 ਘੰਟੇ ਹੀ ਜਿਹੜੀ ਫੈਕਟਰੀ ਆ ਇਹ ਖੁੱਲੀ ਰਹਿੰਦੀ ਆ ਔਰ ਇੱਥੋਂ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਮਠਿਆਈਆਂ ਬਣ ਕੇ ਕੱਲ ਸਵੇਰ ਨੂੰ ਜਿੰਨੇ ਵੀ ਕੈਫੇ ਬਾਰ ਆ ਉਹਨਾਂ ਦੇ ਉੱਤੇ ਡਿਲੀਵਰ ਹੋਣੀਆਂ ਨੇ ਇਸ ਫੈਕਟਰੀ ਤੋਂ ਬਣੀਆਂ। ਤੇ ਆਓ ਤੁਹਾਨੂੰ ਲੈ ਚੱਲਦੇ ਆ ਇਹਨਾਂ ਦੇ ਦਫ਼ਤਰ, ਉੱਥੇ ਤੁਹਾਨੂੰ ਅਸੀਂ ਮਿਲਾਉਂਦੇ ਹਾਂ ਇਸ ਫੈਕਟਰੀ ਦੇ ਜਿਹੜੇ ਮਾਲਕ ਆ ਜਿਨ੍ਹਾਂ ਨੇ ਕੰਮ ਸ਼ੁਰੂ ਕੀਤਾ ਤੇ ਨਾਲ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿੰਨਾ ਮੁਸ਼ਕਲਾਂ ਚੋਂ ਲੰਘਣਾ ਪਿਆ ਉਹਨਾਂ ਨੂੰ ਇਹ ਸਾਰਾ ਕੁਝ ਖੜਾ ਕਰਨ ਵਾਸਤੇ ਏਡਾ ਵੱਡਾ ਸਿਸਟਮ। ਆਓ ਤੁਹਾਨੂੰ ਲੈ ਚੱਲਦੇ ਹਾਂ ਦੋਲਚੇ ਮੀਓ ਦੇ ਦਫ਼ਤਰ ਦੇ ਵਿੱਚ। ਅਸੀਂ ਪਹੁੰਚ ਗਏ ਹਾਂ ਦੋਲਚੇ ਮੀਓ ਦੇ ਦਫ਼ਤਰ ਦੇ ਵਿੱਚ ਜਿੱਥੇ ਕਿ ਸਰਦਾਰ ਮਨਜੀਤ ਸਿੰਘ ਜੀ ਮੌਜੂਦ ਨੇ ਤੇ ਅਸੀਂ ਇਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ। ਤੇ ਮਨਜੀਤ ਭਾਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਆਓ ਤੁਸੀਂ KTV ਜਿਹੜਾ ਵੇਖ ਰਹੇ ਦਰਸ਼ਕਾਂ ਨੂੰ ਆਪਣੀ ਇਸ ਫੈਕਟਰੀ ਬਾਰੇ ਜਿਹੜੀ ਆ ਡਿਟੇਲ ਵਿੱਚ ਇੱਕ ਜਰਨਲ ਨੌਲੇਜ ਸਾਂਝੀ ਕਰੋ ਕਿ ਕਿਸ ਤਰ੍ਹਾਂ ਇੱਥੇ ਜਿਹੜੀਆਂ ਮਠਿਆਈਆਂ ਬਣਦੀਆਂ ਵਾ ਤੇ ਕੀ ਜਿਹੜਾ ਚੱਲਦਾ ਵਾ ਔਰ ਕਿਸ ਤਰ੍ਹਾਂ ਦੀ ਜਿਹੜੀ ਇਟਾਲੀਅਨ ਗੋਰੇ ਉਹ ਮਠਿਆਈ ਪਸੰਦ ਕਰਦੇ ਆ। ਸਾਡੇ ਜਿਹੜੇ KTV ਦੇਖ ਰਹੇ ਦਰਸ਼ਕਾਂ ਨੂੰ ਉਹਦੀ ਪੂਰੀ ਜਿਹੜੀ ਜਾਣਕਾਰੀ ਆ ਉਹ ਦਿਓ। ਤੇ ਜਿਸ ਤਰ੍ਹਾਂ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਚੁੱਕੇ ਹਾਂ ਕਿ ਅਸੀਂ ਦੋਲਚੇ ਮੀਓ ਦੇ ਜਿਹੜੇ ਫੈਕਟਰੀ ਆ ਇਟਾਲੀਅਨ ਮਠਿਆਈਆਂ ਦੀ ਉਹਦੇ ਵਿੱਚ ਆਏ ਆ ਤੇ ਸਾਡੇ ਨਾਲ ਇਸ ਅੰਪਾਇਰ ਨੂੰ ਖੜੇ ਕਰਨ ਵਾਲੇ ਸਰਦਾਰ ਮਨਜੀਤ ਸਿੰਘ ਨੇ, ਅਸੀਂ ਉਹਨਾਂ ਨਾਲ ਵੀ ਗਾੜੀ ਗੱਲਬਾਤ ਕਰਾਂਗੇ ਵੀ ਅਸੀਂ ਚਾਹਾਂਗੇ ਕਿ ਉਹ ਸਾਰੇ ਸਰੋਤਿਆਂ ਨੂੰ KTV ਵੇਖ ਰਹੇ ਦਰਸ਼ਕਾਂ ਨੂੰ ਪੂਰੀ ਡਿਟੇਲ ਵਿੱਚ ਜਾਣਕਾਰੀ ਦੱਸਣ ਕਿ ਕਿਸ ਤਰ੍ਹਾਂ ਉਹਨਾਂ ਨੇ ਜਿਹੜਾ ਸਾਰਾ ਫੈਕਟਰੀ ਦਾ ਕਾਰਜ ਆ ਆਰੰਭੇ ਸੀ। ਮਨਜੀਤ ਜੀ, ਸਭ ਤੋਂ ਪਹਿਲਾਂ ਤੇ ਸਾਡੇ ਸਰੋਤਿਆਂ ਨੂੰ ਇਹ ਦੱਸੋ ਕਿ ਤੁਹਾਨੂੰ ਇਟਲੀ 'ਚ ਰਹਿੰਦਿਆਂ ਕਿੰਨੇ ਸਾਲ ਹੋ ਗਏ ਆ ਤੇ ਪੰਜਾਬ ਤੋਂ ਤੁਸੀਂ ਕਿਸ ਜਗ੍ਹਾ ਨੂੰ ਬਿਲੋਂਗ ਕਰਦੇ ਹੋ? ਸਾਡਾ ਜੀ ਨਵਾਂ ਸ਼ਹਿਰ ਜ਼ਿਲ੍ਹਾ ਤੇ ਪਿੰਡ ਸਾਡਾ ਹੈਗਾ ਜੱਸੋ ਮਜਾਰਾ। ਇਹ ਫਗਵਾੜੇ ਦੇ ਨਵਾਂ ਸ਼ਹਿਰ ਜਿਹੜਾ ਰੋਡ ਆ ਉਹਦੇ ਉੱਤੇ ਪਿੰਡ ਆ ਜੱਸੋ ਮਜਾਰਾ। ਉੱਥੋਂ ਤੋਂ ਅਸੀਂ ਆਏ ਆ ਤੇ ਹੁਣ 29 ਸਾਲ ਹੋ ਗਏ ਸਾਨੂੰ ਇੱਥੇ ਇਟਲੀ 'ਚ ਰਹਿੰਦਿਆਂ ਨੂੰ। ਇਹ ਜਿਹੜਾ ਤੁਸੀਂ ਕੰਮ ਸ਼ੁਰੂ ਕੀਤਾ ਵਾ ਇਹ ਤੁਹਾਡਾ ਇਕੱਲਿਆਂ ਦਾ ਵਾ ਜਾਂ ਕਿਸੇ ਨਾਲ ਪਾਰਟਨਰਸ਼ਿਪ 'ਚ ਕੰਮ ਸ਼ੁਰੂ ਕੀਤਾ ਤੁਸੀਂ? ਹਾਂਜੀ, ਇਹ ਸਾਡੇ ਪਾਰਟਨਰਸ਼ਿਪ ਆ ਬੱਬੀ ਭਾਜੀ ਤਜਵਿੰਦਰ ਸਿੰਘ ਲਸਾੜੇ ਤੋਂ, ਉਹਨਾਂ ਦੇ ਨਾਲ ਇਕੱਠਿਆਂ ਦਾ ਸਾਡਾ ਹੈਗਾ ਸਾਂਝੀ। ਤੇ ਕੰਮ ਫਿਰ ਜਿੱਦਾਂ ਸਿੱਖਿਆ ਮੈਂ ਸੀ ਤੇ ਅਸੀਂ ਫਿਰ ਦੋਨਾਂ ਨੇ ਰਲ ਕੇ ਇਹ ਖੋਲ੍ਹਿਆ ਤੇ ਅਸੀਂ ਕੰਮ ਨੂੰ ਚਲਾ ਰਹੇ ਹਾਂ ਇਸ ਨੂੰ। ਆਪਣੇ ਦਰਸ਼ਕਾਂ ਨੂੰ ਮੈਂ ਕਿੱਥੇ ਮਿਸਾਲ ਦੇ ਤੌਰ ਤੇ ਕੁਝ ਦੱਸਣਾ ਚਾਹਾਂਗਾ ਕਿਉਂਕਿ ਮੇਰੇ ਵੀ ਕੋਈ 12 ਕੁ ਸਾਲ ਤੋਂ ਇਹਨਾਂ ਨਾਲ ਪਰਿਵਾਰਕ ਰਿਲੇਸ਼ਨ ਨੇ। ਮੈਂ ਇਹਨਾਂ ਦੋਵਾਂ ਸਾਂਝੀਦਾਰਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਤੇ ਇਟਲੀ ਦੇ ਵਿੱਚ ਨਾ ਅਕਸਰ ਜਦੋਂ ਅਸੀਂ ਕਿਤੇ ਗੱਲ ਕਰਦੇ ਹਾਂ ਤੇ ਲੋਕ ਕਹਿ ਦਿੰਦੇ ਯਾਰ ਕੰਮ ਸਾਂਝਾ ਨਾ ਕਰਿਓ ਕਿਸੇ ਲਈ। ਮੈਂ ਉਹਨਾਂ ਦਰਸ਼ਕਾਂ ਨੂੰ ਇੱਕ ਮੈਸੇਜ ਦੇਣਾ ਚਾਹੀਦਾ ਵੀ ਗਰੁੱਪ ਜਿਹੜੇ ਆ ਹਮੇਸ਼ਾ ਕਾਮਯਾਬ ਹੁੰਦੇ ਆ, ਇਕੱਲਾ ਇਨਸਾਨ ਇਕੱਲਾ ਹੀ ਹੁੰਦਾ ਵਾ। ਤੇ 12 ਕੁ ਸਾਲ ਤੋਂ ਇਹਨਾਂ ਦੀ ਜਿਹੜੀ ਸਾਂਝ ਆ ਭਰਾਵਾਂ ਵਾਲੀ ਉਹਨੂੰ ਅਸੀਂ ਖੁਦ ਅੱਖੀਂ ਦੇਖ ਰਹੇ ਹਾਂ ਤੇ ਸਤਿਗੁਰੂ ਨਾਨਕ ਦੀ ਇਹਨਾਂ ਤੇ ਕਿਰਪਾ ਵਾ, ਇਹਨਾਂ ਦੀ ਸਾਂਝ ਬੜੀ ਵਧੀਆ ਨਿਭ ਰਹੀ ਆ, ਕੰਮ ਬਹੁਤ ਸੋਹਣਾ ਚੱਲ ਰਿਹਾ। ਤੇ ਭਾਜੀ ਨੇ ਇੱਕ ਗੱਲ ਕੀਤੀ ਸੀ ਦਾੜੀ ਕੇਸਾਂ ਦੀ, ਕਿਉਂਕਿ ਮੈਂ ਵੀ ਇਟਲੀ ਰਹਿੰਦਾ ਵਾਂ ਤੇ ਮੈਂ ਦਰਸ਼ਕਾਂ ਨੂੰ ਇਹ ਦੱਸਣਾ ਚਾਹੁੰਦਾ ਵਾਂ ਕਿ ਜਿੱਦਾਂ ਕੈਨੇਡਾ, UK ਜਾਂ ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਸਾਡੇ ਜਿਹੜੇ ਸਿੱਖ ਆ ਉਹ ਕਾਮਯਾਬ ਹੋਏ ਆ, ਪਰ ਇਟਲੀ ਦੇ ਵਿੱਚ ਕਿਤੇ ਨਾ ਕਿਤੇ ਸਾਨੂੰ ਦਾੜੀ ਕੇਸਾਂ ਨੂੰ ਲੈ ਕੇ ਜਿਹੜੀਆਂ ਬਹੁਤ ਸਾਰੀਆਂ ਪ੍ਰੋਬਲਮਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਫੋਰ ਐਗਜ਼ਾਮਪਲ ਤੁਹਾਨੂੰ ਮੈਂ ਦੱਸਦਾ ਵੀ ਜਦੋਂ ਇੱਥੇ ਚੈਕਿੰਗ ਵਾਲੇ ਆਉਂਦੇ ਆ, ਜੇ ਉਹਨਾਂ ਨੂੰ ਇੱਕ ਵਾਲ ਵੀ ਇੱਥੋਂ ਮਿਲ ਜਵੇ ਡਿੱਗਿਆ ਤੇ ਮੇਰੇ ਹਿਸਾਬ ਨਾਲ ਬੜੇ ਭਾਰੇ ਜੁਰਮਾਨੇ ਆ, 2-2 3-3 ਹਜ਼ਾਰ ਯੂਰੋ ਦਾ ਜੁਰਮਾਨਾ। ਤੇ ਸਤਿਗੁਰ ਦੀ ਕਿਰਪਾ ਵਾ, ਇਹ ਸਾਰੇ ਵੀਰ ਜਿਹੜੇ ਆ ਜਿੰਨੇ ਇਹਨਾਂ ਨਾਲ ਵਰਕਰ ਵੀ ਕੰਮ ਕਰਦੇ ਆ ਉਹ ਗੁਰਸਿੱਖ ਨੇ ਤੇ ਇਹ ਆਪ ਵੀ ਗੁਰਸਿੱਖ ਨੇ। ਇਹ ਮਹਾਰਾਜ ਨੇ ਇਹਨਾਂ ਨੂੰ ਜਿਹੜੀ ਇੱਕ ਸਰਦਾਰੀ ਆ ਬਖਸ਼ੀ ਆ। ਤੇ ਮਨਜੀਤ ਜੀ, ਇੱਕ ਗੱਲ ਹੋਰ ਦੱਸੋ, ਇੱਥੇ ਵਿਚਰਦਿਆਂ ਇਹ ਦੇਖਿਆ ਕਿ ਇਟਲੀ ਦੇ ਵਿੱਚ ਖਾਸ ਕਰਕੇ ਰੋਮ ਦੇ ਵਿੱਚ ਸਾਡੇ ਪੰਜਾਬੀਆਂ ਦੀਆਂ ਬਹੁਤ ਸਾਰੀਆਂ ਬੇਕਰੀਆਂ ਵਾ ਔਰ ਕਿੰਨੀਆਂ ਕੁ ਬੇਕਰੀਆਂ ਜਿਹੜੇ ਆਪਣੇ ਪੰਜਾਬੀ ਭਾਈਚਾਰੇ ਦੀਆਂ ਇੱਥੇ ਹੋਣਗੀਆਂ? ਬੇਕਰੀਆਂ ਤਾਂ ਕਾਫੀ ਆ ਜੀ। ਹੁਣ ਕਾਫੀ ਆਪਣੇ ਮੁੰਡੇ ਜਿਹੜੇ ਨਵੇਂ ਆਏ ਆ ਉਹ ਇਸ ਕੰਮ ਵਾਸਤੇ ਚਲਾ ਰਹੇ ਇਸ ਕੰਮ ਨੂੰ। ਬੇਕਰੀਏ ਹੋਇਆ, ਪੀਸਰੀਏ ਹੋਏ, ਫਰੂਟਰੀਏ ਹੋਏ, ਉਹ ਕੰਮ ਜਾਣੀ ਕਾਫੀ ਹੁਣ ਆਪਣੇ ਪੰਜਾਬੀ ਮੁੰਡਿਆਂ ਨੇ ਜਿਹੜੇ ਸੰਭਾਲੇ ਆ। ਬਹੁਤ ਵਧੀਆ ਤਰੱਕੀ ਕਰ ਰਹੇ ਮੁੰਡੇ ਉਹ। ਤੇ ਜਿਹੜਾ ਇਹਨਾਂ ਨਾਲ ਗੱਲਬਾਤ ਦਾ ਸਿਲਸਿਲਾ ਸੀ ਉਹ ਅਸੀਂ
ਸ਼ੁਰੂ ਕਰ ਚੁੱਕੇ ਹਾਂ ਤੇ ਸਾਡੇ ਨਾਲ ਅੱਜ ਯੂਕੇ ਤੋਂ ਵਿਸ਼ੇਸ਼ ਤੌਰ ਤੇ ਆਏ ਨੇ KTV ਦਾ ਸਰਦਾਰ ਸੰਦੀਪ ਸਿੰਘ ਜੀ ਤੇ ਇਹਨਾਂ ਨੂੰ ਵੀ ਅਸੀਂ ਸਤਿ ਸ੍ਰੀ ਅਕਾਲ ਕਹਿੰਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਮੇਰੇ ਨਾਲ ਸੰਦੀਪ ਜੀ ਵੀ ਮਨਜੀਤ ਨੂੰ ਕੁਝ ਜਿਹੜੇ ਸਵਾਲ ਆ ਉਹ ਪੁੱਛਣਗੇ ਤੇ ਨਾਲ ਆਪਾਂ ਸ਼ੁਰੂ ਕਰਦੇ ਆ ਕਿ ਇਹ ਜਿਹੜੀ ਮਠਿਆਈ ਆ ਇਹ ਕਿਸ ਤਰ੍ਹਾਂ ਬਣਦੀ ਆ। ਤੇ ਸੰਦੀਪ ਜੀ ਤੁਸੀਂ ਜੇ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਆਪਣੇ ਤੌਰ ਤੇ। ਬਿਲਕੁਲ ਜੀ, ਬਿਲਕੁਲ। ਹਾਂਜੀ ਮਨਜੀਤ ਸਿੰਘ ਜੀ, ਮੈਂ ਤੁਸੀਂ ਆਪਾਂ ਗੱਲਾਂ ਬਾਤਾਂ ਕਰ ਲਈਆਂ, ਹੁਣ ਤੁਸੀਂ ਸਾਨੂੰ ਦੱਸੋ ਭਈ ਸ਼ੁਰੂਆਤ ਆਪਾਂ ਕਿੱਥੋਂ ਕਰਦੇ ਹਾਂ? ਮਤਲਬ ਜਿਹੜੀ ਮਠਿਆਈ ਦੀ ਸ਼ੁਰੂਆਤ ਹੁੰਦੀ ਆ, ਮਤਲਬ ਪਹਿਲਾਂ ਆਟਾ ਜਿੱਦਾਂ ਆਪਾਂ ਪੁਰਾਣੀਆਂ ਬੀਬੀਆਂ ਆਪਣੀਆਂ ਗੁੰਨਦੀਆਂ ਸੀਗੀਆਂ, ਉਦੋਂ ਤਾਂ ਹੱਥਾਂ ਨਾਲ ਹੀ ਹੁੰਦਾ ਸੀ ਨਾ। ਹੁਣ ਦੇਖੋ ਕਿੰਨੀ ਟੈਕਨੋਲੋਜੀ ਜਿਹੜੀ ਚੇਂਜ ਹੋ ਗਈ ਆ। ਤੇ ਹੁਣ ਤੁਸੀਂ ਸਾਨੂੰ ਸ਼ੁਰੂਆਤ ਤੋਂ ਦੱਸੋ, ਜਿਹੜੀ ਫੈਕਟਰੀ ਦੇ ਵਿੱਚ ਸ਼ੁਰੂਆਤ ਜਿਹੜੀ ਆਟੇ ਤੋਂ ਹੁੰਦੀ ਹੈ, ਤਾਂ ਉਸ ਤੋਂ ਬਾਅਦ ਕਿੱਦਾਂ ਤਰ੍ਹਾਂ ਦੀਆਂ ਜਿਹੜੀਆਂ ਮਠਿਆਈਆਂ ਬਣਦੀਆਂ ਉਹਦੇ ਬਾਰੇ ਦੱਸੋ ਸਾਨੂੰ। ਸਭ ਤੋਂ ਪਹਿਲਾਂ ਜੀ ਜਿੱਦਾਂ ਆਟਾ ਗੁੰਨਣ ਵਾਲੀਆਂ ਸਾਡੇ ਕੋਲ ਮਸ਼ੀਨਾਂ ਹੈਗੀਆਂ 2, ਹਾਂਜੀ, ਜਿਹੜੀਆਂ ਉਹ ਸਾਨੂੰ ਦਿਖਾਓ ਜੀ। ਚੱਲਦੀਆਂ ਜੀ। ਹਾਂਜੀ, ਤੇ ਉਹਦੇ ਵਿੱਚ ਫਿਰ ਆਟਾ ਜਿਹੜਾ ਆ ਉਹ ਗੁੰਨਿਆ ਜਾਂਦਾ ਆ ਤੇ ਮਸ਼ੀਨ ਜਿਹੜੀ ਅੱਛਾ ਹਾਂਜੀ, ਜੀ, ਉਹ ਮਸ਼ੀਨਾਂ ਹੈਗੀਆਂ ਕਾਫੀ ਜਿੱਦਾਂ ਵੱਡੀ ਆ। ਉਹ 80 ਕਿਲੋ ਆਟਾ ਜਾਣੀ ਕਿ ਇਹਦੇ ਵਿੱਚ ਪੈਂਦਾ, ਬਾਕੀ ਮਟੀਰੀਅਲ ਵੱਖਰਾ। 1 ਕੁਇੰਟਲ 40 ਕਿਲੋ ਦਾ ਜਾਣੀ ਇਹ ਪ੍ਰੋਡਕਟ ਕਰਦੀ ਹੈ ਜੀ। ਇਹ ਤੁਸੀਂ ਦੇਖ ਸਕਦੇ ਜੀ, ਇਹ ਮਸ਼ੀਨ ਦੇਖੋ ਕਿੱਦਾਂ ਘੁੰਮ ਰਹੀ ਆ। ਤੇ ਇਹਦੇ ਵਿੱਚ ਭਾਜੀ ਹੁਣਾਂ ਨੇ ਦੱਸਿਆ ਵੀ 80 ਕਿਲੋ ਆਟਾ ਇੱਕ ਵਾਰੀ ਪਾਇਆ ਜਾਂਦਾ ਤੇ ਉਹਦੇ ਵਿੱਚ ਜਿਹੜੀ ਇੱਕ ਲੈਵੀ ਤੋਂ ਆਪਾਂ ਉਹਨੂੰ ਕਹਿੰਦੇ ਆ ਜੀ ਇੱਥੇ ਇਟਾਲੀਅਨ ਵਿੱਚ, ਤੇ ਉਹਨੂੰ ਸ਼ਾਇਦ ਪੰਜਾਬੀ ਵਿੱਚ ਬੇਕਿੰਗ ਪਾਊਡਰ ਕਹਿੰਦੇ ਜੀ। ਬੇਕਿੰਗ ਪਾਊਡਰ ਕਹਿੰਦੇ ਆ ਜੀ। ਹਾਂਜੀ, ਉਹ ਕਿੰਨਾ ਤੁਸੀਂ ਯੂਜ਼ ਕਰਦੇ ਜੀ 80 ਕਿਲੋ ਆਟੇ ਵਿੱਚ? ਜਿੱਦਾਂ ਗਰਮੀਆਂ ਹੋਣ ਫਿਰ ਘੱਟ ਪੈਂਦਾ ਜੀ। 1 ਕਿਲੋ ਦੇ ਵਿੱਚ 20 ਗ੍ਰਾਮ ਪਾਈਦਾ ਠੀਕ ਤੇ ਸਰਦੀਆਂ ਹੋਣ ਤਾਂ ਫਿਰ 30 ਗ੍ਰਾਮ ਪਾਈਦਾ। 30 ਗ੍ਰਾਮ ਪਾਈਦਾ। ਉਸ ਦੇ ਵਿੱਚ ਪਾਣੀ ਜਿਹੜਾ ਪਾਣੀ ਆ ਉਹ 3 ਲੀਟਰ 3.5 ਲੀਟਰ ਪੈਂਦਾ 1 ਕਿਲੋ ਆਟੇ ਦੇ ਵਿੱਚ। ਅੱਛਾ ਜੀ, ਹੋਰ ਵੀ ਜਿਹੜੀ ਉਹਦੇ ਵਿੱਚ ਕੋਈ ਚੀਜ਼ ਪੈਂਦੀ ਉਹ ਵੀ ਸਾਡੇ ਦਰਸ਼ਕਾਂ ਨੂੰ ਜਰੂਰ ਦੱਸੋ ਜੀ। ਪੈਂਦੀ ਹੈ ਜੀ ਉਹਦੇ ਵਿੱਚ 1 ਕਿਲੋ ਦੇ ਵਿੱਚ ਜਿਹੜੀ ਆ 200 ਗ੍ਰਾਮ ਖੰਡ ਪੈਂਦੀ ਆ ਠੀਕ ਹੈ ਤੇ ਬਾਕੀ ਪਾਣੀ ਹੋ ਗਿਆ ਜੀ, ਲੂਣ ਹੋ ਗਿਆ ਜੀ, ਤੇ ਬਾਕੀ ਜਿਹੜੀ ਆ ਆਪਣੇ ਘੀ ਕਹਿੰਦੇ ਜਿਹਨੂੰ ਬੂਰੋ ਕਹਿੰਦੇ ਆ ਬਟਾਲੀਅਨ ਦੇ ਵਿੱਚ, ਠੀਕ ਹੈ ਜੀ, ਉਹ ਪਾਉਂਦੇ ਆ। ਤੇ ਬਸ ਇਹੀ ਆ ਜੀ ਚੀਜ਼ਾਂ ਇਹ। ਅੱਛਾ ਜੀ, ਤੇ ਇਹ ਆਟਾ ਬਣ ਕੇ ਫਿਰ ਤਿਆਰ ਹੋ ਜਾਂਦਾ। ਇਹਨੂੰ ਫਿਰ ਵੱਢ ਕੇ ਤੇ ਫਿਰ ਉਦੋਂ ਫਰਿੱਜ ਆ ਜਿਹੜੀ ਵੱਡੀ ਉਹਦੇ ਵਿੱਚ ਲਾ ਦਿੱਤਾ ਜਾਂਦਾ। ਮਸ਼ੀਨ ਅਸੀਂ ਤੁਹਾਨੂੰ ਆਪਣੇ ਕੈਮਰੇ ਰਾਹੀਂ ਦਿਖਾ ਚੁੱਕੇ ਹਾਂ। ਅਸੀਂ ਵੇਖਦੇ ਆਏ ਹਾਂ ਕਿ ਵਿਆਹਾਂ ਸ਼ਾਦੀਆਂ 'ਚ ਕਿੱਡੀਆਂ ਵੱਡੀਆਂ ਪਰਾਤਾਂ 'ਚ ਸਾਡੀਆਂ ਮਾਤਾਵਾਂ ਬੀਬੀਆਂ ਆਟਾ ਗੁੰਨਦੀਆਂ ਰਹੀਆਂ ਨੇ, ਪਰ ਇੱਕ ਹੁਣ ਨਵੀਂ ਟੈਕਨੋਲੋਜੀ ਆ ਗਈ ਆ। ਇਹ ਮਸ਼ੀਨ ਦੇ ਨਾਲ ਹੀ ਆਟਾ ਜਿਹੜਾ ਵਾ ਉਹ ਗੁੰਨ ਹੁੰਦਾ ਵਾ। ਤੇ ਅਸੀਂ ਥੋੜਾ ਜਿਹਾ ਲੇਟ ਹੋਏ ਗਏ ਜ਼ਰੂਰ, ਪਰ ਮੈਂ ਤੁਹਾਨੂੰ ਦਰਸ਼ਕਾਂ ਦੀ ਜਾਣਕਾਰੀ ਲਈ ਦੱਸ ਦਿੰਦਾ ਕਿ ਆ ਜਿਹੜਾ ਇੱਥੇ ਬੈਂਚ ਲੱਗਾ ਹੋਇਆ ਜਿਹਨੂੰ ਅਸੀਂ ਅੱਡਾ ਕਹਿ ਦਿੰਦੇ ਆ, ਇਹਦੇ ਉੱਤੇ ਕੋਈ 10 ਤੋਂ 12 ਮੁੰਡੇ 24 ਘੰਟੇ ਕੰਮ ਕਰਦੇ ਨੇ। ਉੱਥੋਂ ਆਟਾ ਗੁੰਨਣ ਤੋਂ ਬਾਅਦ ਦੇ ਵਿੱਚ ਆ ਇੱਕ ਹੋਰ ਅੱਡਾ ਲੱਗਾ ਜਿਹਦੇ ਉੱਤੇ ਮਸ਼ੀਨਾਂ ਦੇ ਨਾਲ ਹੀ ਇਹਦੀ ਸਾਰੀ ਕਟਿੰਗ ਹੁੰਦੀ ਆ, ਇਹਦੇ ਸਾਈਜ਼ ਬਣਾਏ ਜਾਂਦੇ ਆ। ਤੇ ਸੋਨੀ ਜੀ ਜੇ ਤੁਹਾਡੇ ਕੋਲ ਕੁਝ ਹੈ ਤੇ ਸਾਨੂੰ ਕੁਝ ਕਰਕੇ ਦਿਖਾਓ ਇਹਦੇ ਤੇ। ਆ ਇੱਕ ਮੇਰੇ ਹਿਸਾਬ ਨਾਲ ਦੇਖੋ ਜੀ, ਇੱਕ ਆ ਵੇਲਣਾ ਵੀ ਪਿਆ ਬੜਾ ਵੱਡਾ, ਤੇ ਮੇਰੇ ਹਿਸਾਬ ਨਾਲ ਇਹਦੇ ਨਾਲ ਇਹ ਜਿਹੜੇ ਆ ਇਹਦੇ ਪੇੜੇ ਹੋਣ ਤੋਂ ਬਾਅਦ ਚ ਇਹਦੇ ਨਾਲ ਇਸ ਨੂੰ ਵੇਲਦੇ ਆ। ਆਹ ਜਿਹੜੀ ਮਸ਼ੀਨ ਆ ਇਹ ਵੀ ਵੇਲਣੇ ਦਾ ਕੰਮ ਕਰਦੀ ਆ। ਤੇ ਉਸ ਤੋਂ ਬਾਅਦ ਵਿੱਚ ਇਸ ਬੈਂਚ ਦੇ ਉੱਤੇ ਆਟਾ ਜਿਹੜਾ ਰੱਖ ਕੇ ਇਹਦੇ ਸਾਈਜ਼ ਕੀਤੇ ਜਾਂਦੇ ਨੇ। ਤੇ ਸਭ ਤੋਂ ਵੱਡੀ ਜਿਹੜੀ ਗੱਲ ਆ ਵੀ ਇਹ ਜਿੰਨਾ ਵੀ ਮਟੀਰੀਅਲ ਆ ਇਹ ਬਿਲਕੁਲ ਫਰਿੱਜਾਂ ਦੇ ਵਿੱਚ ਰਹਿੰਦਾ ਵਾ, ਤਾਜ਼ਾ ਰਹਿੰਦਾ ਵਾ। ਆਹ ਦੇਖੋ ਤੁਸੀਂ ਦੇਖ ਸਕਦੇ ਹੋ। ਅਸੀਂ ਆਪਣੇ ਦਰਸ਼ਕਾਂ ਨੂੰ ਕੈਮਰੇ ਦੇ ਜ਼ਰੀਏ ਦਿਖਾਵਾਂਗੇ ਕਿ ਆਹ ਇੱਕ ਫਰਿੱਜ ਆ ਜਿਹਦੇ ਵਿੱਚ ਸਾਰਾ ਮਟੀਰੀਅਲ ਇਹਨਾਂ ਨੇ ਲਾਇਆ ਹੋਇਆ। ਕਿਤੇ ਵੀ ਕੋਈ ਗੁੰਜਾਇਸ਼ ਨਹੀਂ ਰਹਿੰਦੀ ਕਿਸੇ ਵੀ ਤਰ੍ਹਾਂ ਦੀ ਕਿਸੇ ਚੀਜ਼ ਦੀ ਖਰਾਬ ਹੋਣ ਦੀ। ਆ ਇਹਨਾਂ ਨੇ ਕੱਚਾ ਮਾਲ ਜਿਹੜਾ ਵਾ ਉਹ ਲਾਇਆ ਤੇ ਮੈਂ ਆਪਣੇ ਦਰਸ਼ਕਾਂ ਨੂੰ ਇਹਨੂੰ ਦਿਖਾਵਾਂਗਾ ਵੀ। ਆ ਦੇਖੋ ਜੀ, ਇਹਨਾਂ ਨੇ ਜਿਹੜਾ ਕੱਚਾ ਮਾਲ ਆ ਉਹ ਇੱਥੇ ਤਿਆਰ ਕਰਕੇ ਫਰਿੱਜ ਦੇ ਵਿੱਚ, ਜਿੱਥੇ ਕਿ ਇਸ ਟਾਈਮ 2 ਡਿਗਰੀ ਟੈਂਪਰੇਚਰ ਆ ਉਹਦੇ ਵਿੱਚ ਸੇਵ ਕੀਤਾ ਹੋਇਆ ਵਾ। ਤੇ ਤੁਸੀਂ ਕੈਮਰੇ ਤੇ ਵੇਖ ਸਕਦੇ ਹੋ ਕਿ ਇਹ ਇੱਕ ਵੇਲਣੇ ਦਾ ਜਿਹੜਾ ਕੰਮ ਆ ਉਹ ਕਰ ਰਹੀ ਆ ਮਸ਼ੀਨ। ਜਿੱਦਾਂ ਕਿ ਬੀਬੀਆਂ ਹੱਥਾਂ ਨਾਲ ਵੇਲਣੇ ਨਾਲ, ਮੈਂ ਤੁਹਾਨੂੰ ਆਪਣਾ ਵੱਡਾ ਵੇਲਣਾ ਵੀ ਦਿਖਾਇਆ, ਪਰ ਇਹ ਮਸ਼ੀਨ ਜਿਹੜੀ ਆ ਉਹ ਵੇਲਣੇ ਦਾ ਕੰਮ ਕਰ ਰਹੀ ਆ। ਤੇ ਵੀਰ ਜੀ ਸਾਨੂੰ ਇਹ ਦੱਸੋਗੇ ਕਿ ਤੁਸੀਂ ਇਹ ਕੀ ਬਣਾ ਰਹੇ ਹੋ, ਕੀ ਤਿਆਰ ਕਰ ਰਹੇ ਹੋ? ਜਿੱਦਾਂ ਆਪਾਂ ਪੰਜਾਬੀ 'ਚ ਕਹਿ ਦਈਦਾ ਬਰਫੀ, ਰਸਗੁੱਲੇ, ਗੁਲਾਬ ਜਾਮਣਾ, ਬੜੇ ਸਾਰੇ ਨਾਂ ਲੈਂਦੇ ਮਠਿਆਈਆਂ ਦੇ। ਦੱਸ ਸਕਦੇ ਹੋ ਕਿ ਕੀ ਬਣਾ ਰਹੇ ਤੁਸੀਂ? ਹਾਂਜੀ, ਇਹ ਫਰੀਤੀ ਦਾ ਸਮਾਨ ਹੈ ਜੀ, ਬੰਬੇ ਚੰਬੇਲੇ ਦੇ ਵਿੱਚੋਂ ਨਿਕਲਣਿਆ ਜੀ। ਤੇ ਬਾਅਦ ਵਿੱਚ ਸਾਰਾ ਸਮਾਨ ਤਲਿਆ ਜਾਣਾ ਹੈ, ਤਲ ਕੇ ਕਿਸੇ ਦੇ ਵਿੱਚ ਕਰੀਮ, ਕਿਸੇ ਦੇ ਵਿੱਚ ਨਤੇਲਾ ਭਰ ਕੇ ਫਿਰ ਤਿਆਰ ਹੋ ਜਾਣਾ ਸਾਰਾ ਸਮਾਨ ਮਠਿਆਈ ਹੈ ਸਰ। ਇਹਨੂੰ ਤੁਸੀਂ ਹੁਣ ਵੇਲ ਲਿਆ ਇਸ ਚੀਜ਼ ਨੂੰ ਕਿ ਹਜੇ ਹੋਰ ਵੇਲਣਾ? ਇਹ ਹੁਣ ਤਿਆਰ ਹੈ ਜੀ, ਤਿਆਰ ਹੋ ਕੇ ਟੇਬਲ ਤੇ ਆ ਜਾਣਾ ਜੀ। ਜਿਸ ਤਰ੍ਹਾਂ ਹੀ ਤੁਹਾਨੂੰ ਵਿਖਾਇਆ ਜੀ
ਆਟਾ ਗੁੰਨਣ ਤੋਂ ਬਾਅਦ 'ਚ ਆਟਾ ਵੇਲਿਆ ਗਿਆ ਵਾ ਤੇ ਹੁਣ ਇਹ ਇਸ ਅੱਡੇ ਤੇ ਆ ਗਿਆ, ਇਸ ਬੰਕੋ ਤੇ ਆ ਗਿਆ। ਵੇਖਦੇ ਹਾਂ ਕਿ ਇਹ ਇਸ ਨੂੰ ਕਿਸ ਤਰ੍ਹਾਂ ਤਿਆਰ ਕਰਦੇ ਨੇ, ਇਸ ਦਾ ਕੀ ਬਣਾਉਂਦੇ ਨੇ। ਤੇ ਆਟਾ ਜਿਹੜਾ ਵਾ ਉਹ ਬੈਂਚ ਤੇ ਆ ਗਿਆ ਵਾ। ਬਿਲਕੁਲ ਤਿਆਰ ਹੈ ਜੀ ਇਹ। ਹੁਣ ਇਹਦੇ 'ਚੋਂ ਇਹਦੀ ਕਟਿੰਗ ਕੀਤੀ ਜਾਊਗੀ, ਫਿਰ ਇਹਨੂੰ ਬਾਅਦ ਦੇ ਵਿੱਚ ਤਲਿਆ ਜਾਊਗਾ। ਕਟਿੰਗ ਇਹਦੇ ਲਈ ਸਟੰਪ ਵੀ ਬਣੀ ਹੈ ਜੀ, ਤੇ ਕਰਦ ਨਾਲ ਵੀ ਕੱਟ ਸਕਦੇ। ਇਹ ਜਿਹੜੀਆਂ ਚੀਜ਼ਾਂ ਵਾ ਜਿਹੜੀ ਤੁਸੀਂ ਕਟਿੰਗ ਕਰਦੇ ਆ, ਇਹ ਤੁਹਾਡਾ ਤਜਰਬਾ ਹੀ ਇੰਨਾ ਹੋ ਗਿਆ ਕਿ ਤੁਸੀਂ ਆਪਣੇ ਆਪ ਕੱਟ ਲੈਨੇ ਆ, ਜਾਂ ਕੋਈ ਇਸ ਤਰ੍ਹਾਂ ਦੇ ਸੱਚੇ ਬਣੇ ਹੋਏ ਆ ਜਿਹਦੇ 'ਚ ਇਹਦਾ ਸਾਈਜ਼ ਤਿਆਰ ਹੁੰਦਾ? ਇਹਦੇ ਸੈਂਚੇ ਵੀ ਬਣੇ ਹੋਏ ਆ ਜੀ, ਇਹਦੇ ਨਾਲ ਸਾਈਜ਼ ਇਹਦਾ ਤਿਆਰ ਹੁੰਦਾ ਬਿਲਕੁਲ। ਤੇ ਆਪਣਾ ਐਕਸਪੀਰੀਅੰਸ ਵੀ ਹੁਣ ਖੈਰ ਇੰਨਾ ਕੁ ਹੋ ਗਿਆ, 10-12 ਸਾਲ ਹੋ ਗਏ ਕੰਮ ਕਰਦਿਆਂ ਨੂੰ, ਤੇ ਆਪਾਂ ਅੰਦਾਜ਼ੇ ਨਾਲ ਵੀ ਕੱਟ ਸਕਦੇ ਹਾਂ। ਤੁਸੀਂ ਸਾਡੇ ਦਰਸ਼ਕਾਂ ਨੂੰ ਕੁਝ ਜਿਹੜੀਆਂ ਵੈਰਾਈਟੀਜ਼ ਆ ਉਹ ਤਿਆਰ ਕਰਕੇ ਜ਼ਰੂਰ ਦਿਖਾਓ। ਤੁਸੀਂ ਦੇਖ ਸਕਦੇ ਹੋ ਜੀ, ਆਟਾ ਗੁੰਨਣ ਤੋਂ ਬਾਅਦ 'ਚ ਆਟਾ ਵੇਲਿਆ ਗਿਆ ਤੇ ਇਹਦੀ ਹੁਣ ਜਿਹੜੀ ਹੈ ਕਟਿੰਗ ਆ ਉਹ ਹੋ ਰਹੀ ਆ। ਤੇ ਸਾਡੇ ਜਿਹੜੇ ਵੀਰ ਆ ਉਹ ਆਪਣਾ ਕਾਰਾਗਰੀ, ਆਪਣਾ ਜਿਹੜਾ ਹੁਨਰ ਆ ਉਹ ਵਿਖਾ ਰਹੇ ਨੇ। ਤੇ ਆ ਲਓ ਜੀ, ਹੁਣ ਇਹਦੀ ਕਟਿੰਗ ਸ਼ੁਰੂ ਹੋ ਗਈ ਆ। ਇਹ ਚੰਬੇਲੇ ਆ ਜੀ, ਤੇ ਬਾਅਦ ਦੇ ਵਿੱਚ ਫਰੀਤੀ ਕੀਤੇ ਜਾਣਗੇ, ਤਲੇ ਜਾਣਗੇ। ਤਲ ਕੇ ਦਾ ਫਿਰ ਬਾਅਦ ਦੇ ਵਿੱਚ ਤਿਆਰ ਹੋਣਗੇ ਖੰਡ ਲਾ ਕੇ। ਇਹ ਬਣਾ ਕੇ ਇੱਕ ਹੋਰ ਦਿਖਾਓ ਜੀ ਸਾਡੇ ਦਰਸ਼ਕਾਂ ਨੂੰ, ਇੱਕ ਜਿਹੜਾ ਹੋਰ ਆ ਉਹ ਬਣਾ ਕੇ ਦਿਖਾਓ। ਆ ਲਓ ਜੀ, ਤੇ ਉਸ ਤੋਂ ਬਾਅਦ ਵਿੱਚ ਉਹ ਜਿਹੜਾ ਆਟਾ ਸੀ ਉਹ ਤਿਆਰ ਕਰਕੇ ਉਹ ਬਣਾਏ ਸੀ। ਉਸ ਤੋਂ ਬਾਅਦ ਵਿੱਚ ਇਸ ਤਰ੍ਹਾਂ ਦੇ ਬਣ ਕੇ ਫਿਰ ਇਹ ਜਿਹੜੀਆਂ ਇੱਥੇ ਮਸ਼ੀਨਾਂ ਲੱਗੀਆਂ, ਅਸੀਂ ਆਪਣੇ ਦਰਸ਼ਕਾਂ ਨੂੰ ਉਹ ਮਸ਼ੀਨਾਂ ਵੀ ਦਿਖਾਵਾਂਗੇ। ਔਰ ਉਹਦੇ ਵਿੱਚ ਤਲਾਈ ਵਾਸਤੇ ਚਲੇ ਜਾਣੇ ਆ, ਤਲ ਹੋਣੇ ਆ, ਕੋਈ ਤੇਲ, ਇਹ ਸਾਰੇ ਜਿਹੜੇ ਉਹ ਤੇਲ 'ਚ ਹੀ ਤਲ ਹੁੰਦੇ ਆ ਕਿ ਹੋਰ ਵੀ ਕੋਈ ਤਰੀਕਾ ਬਣਾਉਣ ਦਾ? ਜਿਹੜਾ ਇਹ ਫਰੀਤੀ ਦਾ ਸਮਾਨ ਆ, ਇਹ ਸਾਰਾ ਤਲ ਕੇ ਹੀ ਬਣਦਾ ਜੀ। ਇਹ ਸਾਰਾ ਫਰੀਤੀ ਮਤਲਬ ਕਹਿੰਦੇ ਉਹਨੂੰ, ਜਿਹੜਾ ਸਮਾਨ ਤਲਿਆ ਜਾਂਦਾ ਹਨਾ। ਬਾਕੀ ਜਿਹੜੀ ਕਰਨੇਤੀ ਆ ਜਾਂ ਹੋਰ ਵਗੈਰਾ ਆ, ਉਹ ਸਾਰਾ ਫੋਰਨੋਂ ਕੀਤਾ ਜਾਂਦਾ ਹੈ, ਭੱਠੀ ਦੇ ਵਿੱਚ ਪਕਾਇਆ ਜਾਂਦਾ ਆ। ਤੇ ਜਿਹੜਾ ਆਹ ਸਮਾਨ ਤੁਸੀਂ ਦੇਖਦੇ ਆ ਪਿਆ, ਇਹਨੂੰ ਕਹਿੰਦੇ ਜੀ ਪਾਸਤਾ ਫਰੋਲਾ, ਜਿੱਦਾਂ ਆਪਣੇ ਬਿਸਕੁਟ ਕਹਿ ਲੈਂਦੇ ਆ। ਇਹ ਉਹਨਾਂ ਦਾ ਤਿਆਰ ਕੀਤਾ ਹੈ, ਕਿਸੇ ਦੇ ਵਿੱਚ ਕਰੀਮ ਹੈ, ਕਿਸੇ ਦੇ ਵਿੱਚ ਕੋਈ ਜੈਮ ਪਾਇਆ ਆ, ਇੱਦਾਂ ਵੱਖਰੇ ਵੱਖਰੇ ਤਰੀਕੇ ਨਾਲ ਤਿਆਰ ਕੀਤੇ ਹੋ। ਇਸ ਤਰ੍ਹਾਂ ਜੀ ਜਿਹੜੀ ਚੀਜ਼ ਤਲਣ ਵਾਲੀ ਆ ਉਹਨੂੰ ਤਲਦੇ ਆ, ਜਿਹੜੀ ਫੋਰਨੋਂ ਚਲਾਉਂਦੇ ਉਹਨੂੰ ਫੋਰਨੋਂ ਦੇ ਵਿੱਚ ਪਕਾਉਂਦੇ ਆ। ਤੇ ਆ ਜਿਹੜੇ ਕਰੀਮ ਵੀ ਜਿੱਦਾਂ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਟੇਸਟ ਆ, ਅਲੱਗ-ਅਲੱਗ ਤਰ੍ਹਾਂ ਦੀਆਂ ਕਰੀਮਾਂ ਉਹ ਵੀ ਜਿਹੜੀਆਂ ਵਾ ਪਾ ਕੇ ਤੇ ਇਹਨਾਂ ਦੇ ਟੇਸਟ ਬਦਲੇ ਜਾਂਦੇ ਨੇ, ਕੁਆਲਿਟੀਜ਼ ਵਧਾਈ ਜਾਂਦੀਆਂ ਨੇ। ਤੇ ਆਹ ਦੇਖੋ ਜੀ, ਅਸੀਂ ਤੁਹਾਨੂੰ ਦਿਖਾਇਆ ਸੀ ਆ ਚੰਬੇਲਾ, ਤੇ ਇਹ ਹੁਣ ਭੱਠੀ ਦੇ ਵਿੱਚ ਤਲਣ ਤੋਂ ਬਾਅਦ 'ਚ ਤੇ ਖੰਡ ਲੱਗੀ ਤਲਣ ਤੋਂ ਬਾਅਦ 'ਚ ਹਾਂਜੀ ਤਿਆਰ ਹੋ ਕੇ ਬਿਲਕੁਲ ਆਹ ਚੀਜ਼ ਬਣ ਜਾਣੀ ਹੈ ਜੀ। ਇਹਨੂੰ ਬਾਅਦ ਵਿੱਚ ਖੰਡ ਲਾ ਕੇ ਤਾਂ ਤਿਆਰ ਕੀਤਾ ਜਾਂਦਾ। ਇਹਨੂੰ ਤਲਣ ਤੋਂ ਬਾਅਦ ਵਿੱਚ ਇਹਦੇ ਉੱਪਰ ਖੰਡ ਲਾ ਦਿੱਤੀ ਗਈ ਆ। ਤੇ ਹੁਣ ਇਹ ਬਿਲਕੁਲ ਤਿਆਰ ਹੈ ਜੀ, ਹੁਣ ਇਹਨੂੰ ਤੁਸੀਂ ਖਾ ਸਕਦੇ ਆ, ਬਿਲਕੁਲ ਤਿਆਰ ਹੈ ਜੀ ਇਹ। ਤੁਸੀਂ ਦਿਹਾੜੀ ਦੇ ਵਿੱਚ ਕਿੰਨੇ ਕੁ ਪੀਸ ਬਣਾਉਣੇ ਇਕੱਲੇ ਇਸ ਚੀਜ਼? ਇਹ ਡਿਪੈਂਡ ਕਰਦਾ ਜੀ, ਜਿੱਦਾਂ ਹੁਣ ਦਾ ਕੋਵਿਡ-19 ਕਰਕੇ ਥੋੜਾ ਫਰਕ ਪੈ ਗਿਆ, ਕੰਮਾਂ ਨੂੰ ਘਟ ਗਏ ਆ। ਵੈਸੇ ਸਾਡੇ ਵਧੀਆ ਸੀਗਾ ਕੰਮ, ਤਕਰੀਬਨ 4-5 ਹਜ਼ਾਰ ਪੀਸ ਡੇਲੀ ਦਾ ਤਕਰੀਬਨ ਬਣ ਜਾਂਦਾ। ਮਤਲਬ ਸਿਰਫ ਔਰ ਸਿਰਫ ਜਿਹੜੀ ਇੱਕ ਵੈਰਾਈਟੀ ਆ ਉਹਦਾ 4-5 ਹਜ਼ਾਰ ਪੀਸ ਬਣਦਾ, ਸਿਰਫ ਇੱਕ ਵੈਰਾਈਟੀ ਦਾ। ਆਪਾਂ ਜੀ ਹੁਣ ਦਰਸ਼ਕੋ ਤੁਹਾਨੂੰ ਦਿਖਾਉਂਦੇ ਆ ਇੱਕ ਹੋਰ ਵੀ ਸਾਡੇ ਵੀਰ ਜੋ ਇੱਧਰ ਆਈਟਮ ਤਿਆਰ ਕਰ ਰਹੇ ਨੇ, ਉਹ ਕਿਹੜੀ ਆਈਟਮ ਤਿਆਰ ਕਰ ਰਹੇ ਨੇ, ਉਹਨਾਂ ਕੋਲੋਂ ਪੁੱਛਦੇ ਆ ਕੀ ਆਈਟਮਾਂ ਨੇ ਤੇ ਕੀ ਉਹਦੇ ਵਿੱਚ ਮਟੀਰੀਅਲ ਉਹ ਪਾ ਰਹੇ ਨੇ। ਸਤਿ ਸ਼੍ਰੀ ਅਕਾਲ ਵੀਰ ਜੀ। ਇਹ ਤੁਸੀਂ ਦੱਸੋਗੇ ਤੁਹਾਨੂੰ ਕੀ ਕਿਹੜੀ ਆਈਟਮ ਤਿਆਰ ਕਰ ਰਹੇ ਆ ਤੇ ਕੀ ਬਣਾ ਰਹੇ ਹੋ ਤੁਸੀਂ ਜੀ? ਇਹ ਜੀ ਕਰਨੇਤੀ ਕਹਿ ਦਈਦੀ ਆਪਾਂ ਇਹਨਾਂ ਨੂੰ, ਜਿੱਦਾਂ ਬਰੋਸ਼ ਟਾਈਪ ਹੋ ਜਾਂਦੇ ਆ। ਹਾਂਜੀ, ਇਹ ਦਾ ਚਾਕਲੇਟ ਵਾਲੇ ਆ, ਇਹਦੇ ਉੱਤੇ ਫਰੈਸ਼ ਕਰੀਮ ਪਾਈ ਦੀ ਆ। ਠੀਕ ਹੈ। ਫਰੈਸ਼ ਕਰੀਮ ਪਾ ਕੇ ਇਹਦੇ ਉੱਤੇ ਜਿਹੜਾ ਸਮਾਨ ਪੈਣਾ ਥੋੜਾ ਬਹੁਤਾ ਹੋਰ ਪੈਣਾ, ਜਿੱਦਾਂ ਫਿਰ ਇਹਨੂੰ ਆਪਾਂ ਫੋਰਨ ਵਿੱਚ ਪਾ ਦੇਣਾ ਵਾ। ਮੈਨੂੰ ਲੱਗਦਾ ਤੁਸੀਂ ਸੌਗੀ ਪਾਈ ਹੈ ਨਾ ਤੇ। ਸੌਗੀ ਵਾਲੀ ਆ, ਇਹ ਚਾਕਲੇਟ ਆ, ਇਹ ਸੌਗੀ ਆ, ਇਹ ਵੀ ਚਾਕਲੇਟ ਵਾਲੀ ਆ। ਅੱਛਾ ਜੀ, ਇਹਦੇ ਉੱਤੇ ਬਦਾਮ ਪੈਣੇ ਆ, ਠੀਕ ਹੈ ਜੀ। ਜਿੱਦਾਂ ਹੁਣ ਮੈਂ ਤੁਹਾਨੂੰ ਦੱਸਦਾ ਤਿਆਰ ਹੁੰਦੀ ਅੱਗੇ ਤੋਂ ਬਦਾਮ ਜੀ, ਕਰੀਮ ਪਾ ਕੇ ਆਪਾਂ ਇਹਦਾ ਤਿਆਰ ਕਰ ਦੇਣਾ। ਤੇ ਜਿੱਦਾਂ ਜਿਹੜੀ ਚੀਜ਼ ਤੁਹਾਨੂੰ ਚਾਹੀਦੀ ਆ, ਜਿੱਦਾਂ ਬਦਾਮ ਪੈਣੇ, ਕਿਸੇ ਤੇ ਮਰੂੰਡਾ ਟਾਈਪ ਕਿ ਨੋਚੇ ਲਿਗਰਾਂ ਨੇ ਲਾਉਂਦਾ ਉਹ ਪੈਣਾ ਹੈ। ਠੀਕ ਹੈ ਜੀ, ਇਹਨੂੰ ਆਪਾਂ ਫਾਗੁਤੀ ਨਹੀਂ ਬੋਲਦੇ ਚਾਕਲੇਟ ਵਾਲੀ।
ਠੀਕ ਹੈ ਜਿੱਦਾਂ ਇਹਦੇ ਤੇ ਇਹ ਹੁਣ ਇਹ ਆਈਟਮ ਤੁਹਾਡੀ ਬਿਲਕੁਲ ਤਿਆਰ ਹੈ ਹਾਂਜੀ ਇਹ ਪੱਕਣ ਨੂੰ ਤਿਆਰ ਹੈ ਜੀ ਇਹ ਆਈਟਮ ਪੱਕਣ ਬਿਲਕੁਲ ਨੂੰ ਤਿਆਰ ਹੈ ਤੁਸੀਂ ਹਾਂਜੀ। ਹੁਣ ਇਸ ਤੋਂ ਬਾਅਦ ਇਹਨੂੰ ਵੇਟ ਕਰਨੀ ਜਾਂ ਇਹਨੂੰ ਸਿੱਧਾ ਹੁਣ ਓਵਨ ਵਿੱਚ ਨਹੀਂ ਹੁਣ ਇਹਨੂੰ ਓਵਨ ਦੇ ਵਿੱਚ ਹੀ ਲਾਉਣਾ ਸਿੱਧਾ, ਜਿੱਦਾਂ ਇਹ ਰੈਡੀ ਹੈ ਇਸ ਟਾਈਮ ਸਾਡੇ ਕੋਲ ਜਿੱਦਾਂ। ਓਕੇ ਜੀ ਰੈਡੀ ਹਾਂਜੀ ਇਹ ਰੈਡੀ ਕਰਕੇ ਬਸ ਇਹਨੂੰ ਓਵਨ ਦੇ ਵਿੱਚ ਲਾ ਦੇਣਾ ਵਾ। ਤੇ ਕਿੰਨਾ ਟਾਈਮ ਤੁਸੀਂ ਇਹਨੂੰ ਓਵਨ ਵਿੱਚ ਰੱਖਣਾ ਜੀ? ਇਹਨੂੰ ਜੀ 20 ਕੁ ਮਿੰਟ ਲੱਗ ਜਾਂਦੇ ਆ ਤਕਰੀਬਨ 18 ਤੋਂ 20 ਮਿੰਟ ਦੇ ਵਿੱਚ ਇਹ ਵਿੱਚ ਪੱਕ ਜਾਂਦੀ ਹੈ ਜਿੱਦਾਂ। 18 ਤੋਂ 20 ਮਿੰਟ। ਹਾਂਜੀ ਇਹਦੇ ਵਿੱਚ ਚਾਕਲੇਟ ਲਾ ਦੇਣੀ ਹੈ ਫਗੁਦਨੀ ਉੱਤੇ। ਇਹ ਤੁਸੀਂ ਦੇਖ ਸਕਦੇ ਹੋ ਜੀ ਇਸ ਲਈ ਉੱਤੇ ਚਾਕਲੇਟ ਜਿਹੜਾ ਚੂਰਾ ਉਹਦਾ ਪਾਇਆ ਜਾ ਰਿਹਾ ਜੀ। ਇਹ ਵੱਖਰੀ ਇਹਨਾਂ ਦੱਸੀ ਕਿ ਫਾਗੋਤੀਨੀ ਚਾਕਲੇਟ ਮਤਲਬ ਚਾਕਲੇਟ ਤੁਸੀਂ ਸਾਰੇ ਸਮਝਦੇ ਹੀ ਆ। ਤੇ ਫਾਗੋਤੀਨੀ ਜਿਹੜਾ ਹੈਗਾ ਹੈ ਇਹ ਇਟਾਲੀਅਨ ਇੱਕ ਨਾਮ ਇਹਨੂੰ ਮਠਿਆਈ ਨੂੰ ਦਿੱਤਾ ਗਿਆ ਹੈ ਜੀ। ਤੇ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਆ ਜੀ ਇਹ ਦੇਖੋ ਇਹ ਹੋਰ ਆਈਟਮ ਤਿਆਰ ਕਰ ਰਿਹਾ ਤੇ ਉਹਨੂੰ ਮੋੜ ਰਹੇ ਆ ਜੀ। ਜਿੱਦਾਂ ਅਲੱਗ-ਅਲੱਗ ਟਾਈਪ ਦੇ ਜਿੱਦਾਂ ਬਣ ਜਾਂਦੀਆਂ, ਜਿੱਦਾਂ ਕੋਈ ਗੋਲ ਬਣ ਜਾਂਦੀਆਂ, ਜਿੱਦਾਂ ਹੁਣ ਇਹ ਤਿਰੰਗੁਲਾ ਹੋ ਜਾਂਦੇ, ਘੰਟੀ ਦੀ ਸ਼ੇਪ ਕਹਿੰਦੇ ਜੀ ਆਪਾਂ ਇਹਨੂੰ। ਇਟਾਲੀਅਨ ਵਿੱਚ ਕੰਪਾਨੇਲਾ ਬੋਲ ਦਿੰਦੇ ਆਪਾਂ ਇਹਨੂੰ। ਕੰਪਾਨੇਲਾ ਇਟਾਲੀਅਨ ਕਹਿੰਦੇ ਆ ਤੇ ਉਹਦਾ ਕਹਿੰਦੇ ਘੰਟੀ ਦੀ ਸ਼ੇਪ ਜੀ। ਘੰਟੀ ਦੀ ਸ਼ੇਪ ਕਹਿ ਦਿੰਦੇ ਆ ਜਿੱਦਾਂ। ਜਿੱਦਾਂ ਪੱਕ ਕੇ ਆਉਣੀ ਇਹਨੇ ਘੰਟੀ ਦੀ ਸ਼ੇਪ ਦਾ ਹੋ ਜਾਣਾ ਬਿਲਕੁਲ ਜਿੱਦਾਂ। ਠੀਕ ਹੈ ਜੀ। ਹਾਂਜੀ ਅੱਛਾ ਜੀ ਹੁਣ ਇਹ ਆਈਟਮ ਤਿਆਰ ਹੋ ਗਏ। ਹੁਣ ਤੁਹਾਨੂੰ ਦੱਸਦੇ ਹਾਂ ਜੀ ਕਿੱਦਾਂ ਇਹ ਓਵਨ ਵਿੱਚ ਜਾਣੀ ਕਿ ਫੋਰਨ ਇੱਥੇ ਇਟਾਲੀਅਨ ਫੋਰਨੋ ਕਹਿੰਦੇ ਆ। ਤੇ ਇਹ ਕਿੱਦਾਂ ਹੁਣ ਓਵਨ ਵਿੱਚ ਫੋਰਨੋ ਵਿੱਚ ਲੱਗਣਗੀਆਂ ਤੇ ਉਸ ਤੋਂ ਬਾਅਦ ਇਹ ਪੱਕ ਕੇ ਰੈਡੀ ਹੋ ਜਾਂਦੀਆਂ ਤਾਂ ਫਿਰ ਇਹਨਾਂ ਨੂੰ ਠੰਡਾ ਕੀਤਾ ਜਾਂਦਾ ਆ। ਤੇ ਠੰਡਾ ਕਰਨ ਤੋਂ ਬਾਅਦ ਫਿਰ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਕਿ ਉਹ ਕਿਸ ਤਰ੍ਹਾਂ ਇਹਨਾਂ ਦੀ ਸੇਲ ਕਰਦੇ ਆ ਜਾਂ ਵੇਚਦੇ ਆ ਜਾਂ ਉਹ ਜਿਹੜੇ ਬਾਹਰ ਰੋਮ ਸ਼ਹਿਰ ਵਿੱਚ ਸਪਲਾਈ ਹੁੰਦੀਆਂ ਉਹਨਾਂ ਬਾਰੇ ਅੱਗੇ ਪੁੱਛਦੇ ਹਾਂ, ਗੱਲਬਾਤ ਕਰਦੇ ਹਾਂ ਇਹਨਾਂ ਨਾਲ ਜੀ। ਚਾਕੇ ਦਾ ਓਵਨ ਵਿੱਚ ਪਾ ਦੇਣਾ ਆਪਣੇ ਕੋਲ ਓਵਨ ਤਿਆਰ ਹੈ। ਇਹਦਾ ਟੈਂਪਰੇਚਰ 222 ਦੇ ਜਿਹੜੇ ਵਿੱਚ ਹੈਗਾ ਇਸ ਟਾਈਮ ਜਿੱਦਾਂ 222 ਦੇ ਵਿੱਚ ਇਹਨੂੰ ਪਾ ਦੇਣਾ ਓਵਨ ਦੇ ਵਿੱਚ। ਇਹ ਤੁਸੀਂ ਦੇਖ ਸਕਦੇ ਹੋ ਜੀ। ਦੇਖੋ ਸਾਡਾ ਓਵਨ ਕਿੱਡੀ ਵੱਡੀ ਆ ਤੇ ਇਹਦੇ ਵਿੱਚ ਉਹਨਾਂ ਨੇ ਜਿਹੜਾ ਮਟੀਰੀਅਲ ਤਿਆਰ ਕੀਤਾ ਸੀਗਾ ਓਵਨ ਦੇ ਵਿੱਚ ਇਹ ਚਲਿਆ ਗਿਆ ਜੀ। ਤੇ ਹੁਣ ਇਹਨਾਂ ਨੂੰ ਤਕਰੀਬਨ ਦੱਸਦੇ ਆ ਜੀ ਵੀ 20 ਕੁ ਮਿੰਟ ਇਹਨਾਂ ਨੂੰ ਲੱਗਣੇ ਆ ਜਿਹੜੇ ਇਹਨਾਂ ਨੂੰ ਰੈਡੀ ਹੋਣ ਨੂੰ, ਪੱਕਣ ਨੂੰ। ਤੇ ਉਸ ਤੋਂ ਬਾਅਦ ਇਹਨੂੰ ਇਹ ਬਾਹਰ ਇਹ ਭਾਜੀ ਤੇ ਕਿੰਨੀਆਂ ਇੱਕ ਵਾਰੀ ਕਿੰਨੀਆਂ ਪੀਸ ਪੈ ਜਾਂਦੇ ਇਸ ਓਵਨ ਵਿੱਚ ਜੀ? ਇਹ ਇੱਕ ਵਾਰ ਦੇ ਵਿੱਚ 6 ਤੇਲੇ ਪੈ ਜਾਂਦੇ ਆ, 24 ਤੇਲੇ ਪੈ ਜਾਂਦੇ ਆ ਜੀ 4 ਖਾਨਿਆਂ ਦੇ ਵਿੱਚ। ਇਹਦੇ ਵਿੱਚ ਇੱਕ ਵਾਰ 'ਚ 24 ਤੇਲੇ ਪੱਕ ਜਾਂਦੇ ਆ ਜਿੱਦਾਂ। ਹਾਂਜੀ ਹਾਂਜੀ 200 ਤੋਂ 250 ਪੀਸ ਦੇ ਲੱਗੇ ਹਨ। ਹਾਂਜੀ ਤੇ ਇਹ ਕਰੋਸਾਨ ਬੋਲਦੇ ਇਹਨੂੰ ਆਪਾਂ। ਇਹ 'ਚ ਆਪਾਂ ਕੁਝ ਵੀ ਭਰ ਕੇ ਬਣਾ ਕੇ ਪਾ ਸਕਦੇ, ਜਿੱਦਾਂ ਚਾਕਲੇਟ ਭਰ ਦਿੱਤਾ, ਜੈਮ ਭਰ ਦਿੱਤਾ, ਫਰੈਸ਼ ਕਰੀਮ ਭਰ ਦਿੱਤੀ। ਇਹ ਇਸ ਲਈ ਤੁਹਾਡੀ ਜਿਹੜੀ ਸੈਂਪਲ ਤਿਆਰ ਹੈ ਇਹਦੇ ਵਿੱਚ ਤੁਸੀਂ ਜੋ ਮਰਜ਼ੀ ਉਹਨੂੰ ਬਣਾ ਲਓ ਨਾ ਜੀ ਉਹਦੇ ਵਿੱਚ। ਠੀਕ ਹੈ ਜੀ। ਅੱਛਾ ਜੀ ਤੁਸੀਂ ਇਹ ਮਤਲਬ ਹੁਣ ਟੈਂਪਰੇਚਰ ਜਿਹੜਾ ਸੈੱਟ ਕਰ ਦਿੱਤਾ ਤੇ ਇਹ ਉਹਨੇ ਆਟੋਮੈਟਿਕ ਟਾਈਮ ਵੀ ਦਾ ਐਡਜਸਟ ਤੁਸੀਂ ਕਰ ਦਿੱਤਾ। ਇਹ 18 ਮਿੰਟ ਐਡਜਸਟ ਕਰ ਦਿੱਤਾ ਹੁਣ ਜਿੱਦਾਂ। ਠੀਕ ਹੈ ਜੀ। ਥੋੜਾ ਹੀ ਪਾਇਆ ਵਿੱਚ 2 ਹੀ ਖਾਨੇ ਪਾਏ ਆ ਹਾਂਜੀ। ਤਾਂ ਸੇਕ ਜ਼ਿਆਦਾ ਹੋਣ ਦੇ ਕਾਰਨ ਆਪਾਂ ਨੂੰ 18 ਮਿੰਟ ਤੇ ਲਗਾ ਦਿੱਤਾ ਜਿੱਦਾਂ। 18 ਮਿੰਟ ਤੇ ਉਸ ਤੋਂ ਬਾਅਦ ਜੇ ਅਲਾਰਮ ਵੱਜੂਗਾ ਤੇ ਤੁਹਾਨੂੰ ਪਤਾ ਲੱਗ ਜੂਗਾ ਇਹ ਰੈਡੀ ਹੋ ਗਈਆਂ। ਤੁਸੀਂ ਉਸ ਤੋਂ ਬਾਅਦ ਨੂੰ ਹਾਂਜੀ ਜਿਹੜਾ ਬਾਹਰ ਕੱਢ ਲਈ ਜਾਂਦਾ। ਹਾਂਜੀ। ਠੀਕ ਹੈ ਜੀ। ਪੱਕਣ ਤੋਂ ਬਾਅਦ ਫਿਰ ਤੁਸੀਂ ਪੱਕਣ ਤੋਂ ਬਾਅਦ ਇਹਦੇ ਉੱਤੇ ਆਪਾਂ ਚਾਣੀ ਲਾ ਦਈਦੀ ਇੱਕ ਤਰ੍ਹਾਂ ਦੀ ਠੀਕ ਹੈ ਜੀ ਮਿੱਠੇ ਦੀ ਜਿੱਦਾਂ। ਠੀਕ ਹੈ। ਹਾਂਜੀ ਤੇ ਫਿਰ ਉਸ ਤੋਂ ਬਾਅਦ ਇਹ ਰੈਡੀ ਹੋ ਜਾਂਦੀਆਂ। ਉਸ ਤੋਂ ਬਾਅਦ ਖਾਣ ਰੈਡੀ ਲਈ। ਹੋ ਜਾਂਦਾ। ਉਸ ਤੋਂ ਬਾਅਦ ਇਹ ਤੁਹਾਨੂੰ ਦਿਖਾਉਂਦੇ ਆ ਜੀ ਉਸ ਤੋਂ ਬਾਅਦ ਇਹ ਕਿੱਦਾਂ ਇਹ ਆਪਾਂ ਜਦੋਂ ਪੱਕ ਜਾਂਦੀ ਤੇ ਬਾਹਰ ਆਉਂਦੀਆਂ ਤੇ ਕਿੱਦਾਂ ਦੇ ਇਹਨਾਂ ਦੇ ਜਿਹੜੇ ਕਲਰ ਉਹ ਹੋ ਜਾਂਦਾ ਹੈ ਤੇ ਕਲਰ ਦੇਖ ਕੇ ਮਤਲਬ ਤੁਹਾਡਾ ਮਨ ਕਰਦਾ ਵੀ ਮੈਂ ਇਹਨੂੰ ਚੱਕ ਕੇ ਦਿਖਾ ਲਵਾਂ, ਮੂੰਹ 'ਚ ਪਾਣੀ ਆਉਣਾ ਸ਼ੁਰੂ ਹੋ ਜਾਂਦਾ ਜੀ। ਕਿਤੇ ਦਰਸ਼ਕੋ ਇਹ ਰੈਡੀ ਹੋ ਗਿਆ ਸਾਡਾ ਜਿਹੜਾ ਸਮਾਨ ਆਪਾਂ ਫੋਰਨ ਵਿੱਚ ਪਾਇਆ ਸੀਗਾ ਓਵਨ ਵਿੱਚ ਤੇ ਬਣ ਕੇ ਪੱਕ ਕੇ ਰੈਡੀ ਹੋ ਗਿਆ। ਤੇ ਹੁਣ ਇਹਨੂੰ ਆਪਾਂ ਇਹਦੇ ਵਿੱਚ ਗਲਾਸਾ ਤੁਸੀਂ ਖਾਣੇ ਤੇ ਚਾਣੀ ਹਾਂਜੀ ਚਾਣੀ ਲਾ ਦਾਂਗੇ ਆਪਾਂ। ਹੁਣ ਦੱਸੋ ਦਿਖਾਓ ਸਾਨੂੰ ਕਿਦਾਂ ਤੁਸੀਂ ਉਹ ਲਾਉਨੇ ਆ। ਤੇ ਇਹ ਚਾਣੀ ਲੈ ਲੈਣੀ ਆਪਾਂ ਨਾ, ਚਾਣੀ ਲੈ ਕੇ ਬੁਰਸ਼ ਨਾਲ ਜਿੱਦਾਂ ਇਹਦਾ ਲਾ ਦੇਣੀ ਜਿੱਦਾਂ ਇਹਦੇ ਉੱਤੇ। ਇਹ ਮਤਲਬ ਠੰਡੇ ਹੋਏ ਤੇ ਲਾਉਣੀ ਜਾਂ ਗਰਮ ਨਹੀਂ ਗਰਮ ਤੇ ਲਾਉਣੀ ਆ, ਜੇ ਠੰਡੇ ਹੋਏ ਤੇ ਲਾਉਣੀ ਫਿਰ ਲੱਗਣੀ ਨਹੀਂ ਇਹਦੇ ਤੇ। ਅੱਛਾ ਮਤਲਬ ਨਿਕਲਦੇ ਸਾਰੀ ਆਪਾਂ ਇਹਦੇ ਤੇ ਲਾਉਣੀ ਆ ਵੀ ਇਹਦੇ ਤੇ ਚਮਕ ਕਰੂਗੀ ਪੂਰੀ ਫਿਰ ਜਿੱਦਾਂ। ਠੀਕ ਹੈ ਚਾਣੀ ਲਾਉਣਾ ਪੂਰੀ ਮਤਲਬ ਚਮਕ ਕਰੂਗੀ। ਬਾਕੀ ਜਦੋਂ ਕੋਈ ਗਰਮ ਹੋਇਆ ਜੇ ਠੰਡਾ ਹੋ ਗਿਆ ਫਿਰ ਇਹਦੇ ਤੇ ਲੱਗਣੀ ਨਹੀਂ, ਯਾਨੀ ਕਹਿੰਦਾ ਮਤਲਬ ਚਾਣੀ ਲੱਗਣੀ ਨਹੀਂ ਇਹਦੇ ਉੱਤੇ। ਜਿੰਨੀ ਗਰਮ ਹੋਊਗੀ ਉਨੀ ਚਾਣੀ ਵਧੀਆ ਲੱਗੂਗੀ। ਹਾਂਜੀ ਇਦਾਂ ਹੀ ਆ। ਇਹ ਚਾਕਲੇਟ ਵਾਲੀ ਰੈਡੀ ਹੋ ਗਈ ਆ। ਬਾਕੀ ਜਿਹੜੇ ਸਮਾਨ ਵੇਚਿਆ ਜਿੱਦਾਂ ਜਿੱਦਾਂ ਟਾਈਮ ਦਾ ਨਿਕਲ ਹੀ ਜਾਂਦਾ ਉਦੋਂ ਤਾਂ ਚਾਣੀ ਲੱਗਦੀ ਰਹਿਣੀ ਨਾਲ। ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਜੀ ਇੱਕ ਤੁਹਾਡੀ ਆਈਟਮ ਬਣ ਕੇ ਤਿਆਰ ਹੋ ਗਈ ਹੈ ਤੇ ਬਾਕੀ ਜਿਹੜੀਆਂ ਆਈਟਮਾਂ ਤੁਸੀਂ ਉਹ ਵੀ ਵੱਖਰੀਆਂ ਜਿੱਦਾਂ ਉਹਨਾਂ ਟਾਈਮ ਹੋਊਗਾ ਉਹ ਓਵਨ ਚੋਂ ਕੱਢੀਆਂ ਜਾਣਗੀਆਂ ਤੇ ਉਹਨਾਂ ਉੱਤੇ ਜਿਹੜੀ ਮਟੀਰੀਅਲ ਲੱਗਦਾ ਹੈ ਉਤੋਂ ਕਿਸੇ ਉੱਤੇ ਗਲਾਸਾ ਲੱਗਦਾ ਹੈ ਜਾਂ ਇੱਕ ਵਾਈਟ ਹੋਰ ਚਿੱਟੇ ਰੰਗ ਦਾ ਗਲਾਸਾ ਹੁੰਦਾ ਉਹ ਵੀ ਲਾਇਆ ਜਾਂਦਾ ਦੱਸਦੇ ਆ ਜੀ। ਤੇ ਉਸ ਤੋਂ ਬਾਅਦ ਫਿਰ ਤੁਸੀਂ ਇੱਥੇ ਸਾਰਾ ਵੇਚਦੇ ਨੇ ਜੀ ਰੋਮ ਵਿੱਚ ਵੀ ਇਹਨੂੰ ਭੇਜਦੇ ਸ਼ਹਿਰ ਵਿੱਚ? ਇਹਨਾਂ ਦੀ ਜਿੱਦਾਂ
ਬਾਰ ਵਗੈਰਾ ਹੁੰਦੀਆਂ ਰੋਮ ਦੇ ਵਿੱਚ, ਸੈਂਟਰ ਦੇ ਵਿੱਚ, ਉਹਨਾਂ 'ਚ ਡਿਲੀਵਰੀ ਹੁੰਦੀ ਆ। ਕੁਝ ਸਾਡੇ ਆਪ ਵੀ ਵਿਕਦੀ ਬਾਂਕੋ ਦੇ ਉੱਤੇ ਵੇਚੀ ਆ, ਕਾਊਂਟਰ ਦੇ ਉੱਤੇ ਵੇਚਦੀ ਆ। ਰਾਤ ਸਾਰੀ ਫੈਕਟਰੀ ਖੁੱਲੀ ਰਹਿੰਦੀ ਆ। ਰਾਤ ਦੇ 7 ਵਜੇ ਤੋਂ ਲੈ ਕੇ ਵਿਕਣੀ ਸ਼ੁਰੂ ਹੋ ਜਾਂਦੀ ਹੈ ਕਰਨੀਤੀ, ਤਾਜ਼ੀ ਨਿਕਲ ਕੇ ਜਿੱਦਾਂ ਫਰੈਸ਼ ਸ਼ਾਮ ਨੂੰ ਡੇਲੀ ਫਰੈਸ਼ ਨਿਕਲਦੀ ਆ। 7 ਵਜੇ ਤੋਂ ਬਾਅਦ ਸਵੇਰ ਤੱਕ ਫਰੈਸ਼ ਕਰਨੀਤੀ ਨਿਕਲਦੀ ਆ। ਅਸੀਂ ਤੁਹਾਨੂੰ ਦਿਖਾ ਚੁੱਕੇ ਹਾਂ ਕਿ ਜਿਹੜਾ ਸਮਾਨ ਆ ਇਹ ਕਿਸ ਤਰ੍ਹਾਂ ਬਣ ਕੇ ਜਿਹੜਾ ਵਾ ਉਹ ਤਿਆਰ ਹੋ ਕੇ ਕਾਊਂਟਰ ਤੇ ਆਇਆ, ਜਿੱਥੇ ਕਿ ਸੇਲ ਵਾਸਤੇ। ਤੇ ਤੁਸੀਂ ਵੇਖ ਰਹੇ ਹੋ ਕਿ ਕਾਊਂਟਰ ਵਾਲਾ ਜਿਹੜਾ ਵੀਰ ਆ ਉਹ ਆਏ ਹੋਏ ਗਾਹਕਾਂ ਨੂੰ ਸਮਾਨ ਦਿਖਾਉਣ ਦਿਆ ਵਾ, ਤੇ ਉਹਦੀ ਜਿਹੜੀ ਆ ਉਹ ਵਿਕਰੀ ਆ ਹੁਣ ਹੋ ਰਹੀ ਆ ਕਾਊਂਟਰ ਦੇ ਉੱਤੇ। Lei ti piacciono queste dolci? Sì, 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 quasi tutti i giorni. Infatti vedi ciccia. Da quanti anni che vieni qua a comprare? Che so, 4. Quanti anni so che avete aperto? Di più, perché ci veniamo a prendere i cornetti la notte, la sera tardi. Cornetti. ਬੜੀ ਵੱਡੀ ਗੱਲ ਆਖੀ ਹੈ ਜੀ ਇਹਨਾਂ ਨੇ। ਇਹ ਕਹਿੰਦੇ ਜੀ ਤਕਰੀਬਨ ਮੈਨੂੰ 10-12 ਸਾਲ ਹੋ ਗਏ ਆ, ਮੈਂ ਇਹਨਾਂ ਦੀ ਗਾਹਕ ਆ ਔਰ ਡੇਲੀ ਦੇ ਵਿੱਚ ਇੱਥੋਂ ਸਮਾਨ ਖਰੀਦਣ ਆਉਨੇ ਆ। ਅਸੀਂ 10-12 ਸਾਲ ਤੋਂ ਇਸੇ ਹੀ ਫੈਕਟਰੀ ਤੋਂ ਜਿਹੜਾ ਇਹ ਸਮਾਨ ਆ ਉਹ ਖਰੀਦਦੇ ਆ। ਇਹ ਤੁਸੀਂ ਦੇਖ ਸਕਦੇ ਹੋ ਕਿ ਸਮਾਨ ਬਣਨ ਤੋਂ ਬਾਅਦ 'ਚ ਕਿਸ ਤਰ੍ਹਾਂ ਕਾਊਂਟਰ ਤੇ ਜਿਹੜੀ ਆ ਉਹ ਸੇਲ ਆ ਉਹ ਹੋ ਰਹੀ ਆ। ਤੇ ਅਸੀਂ ਆਪਣੇ ਕੈਮਰੇ ਦੇ ਨਾਲ ਤੁਹਾਨੂੰ ਜਿਹੜੀਆਂ ਬਣੀਆਂ ਹੋਈਆਂ ਮਠਿਆਈਆਂ ਵਾ ਇਹ ਕਾਊਂਟਰ 'ਚ ਪਈਆਂ ਵਾ ਇਹ ਵੀ ਵਿਖਾ ਰਹੇ ਆ। ਤੁਸੀਂ ਸਾਰੀਆਂ ਚੀਜ਼ਾਂ ਜਿਹੜੀਆਂ ਕੈਮਰੇ ਤੇ ਆ ਉਹ ਵੇਖ ਸਕਦੇ ਆ। ਤੇ ਇਹ ਜਿਹੜਾ ਗਾਹਕ ਆ ਇਹ ਸਮਾਨ ਇੱਥੋਂ ਖਰੀਦ ਕੇ ਜਾ ਰਿਹਾ। ਉਸ ਤੋਂ ਬਾਅਦ ਦੇ ਵਿੱਚ ਆ ਜਿਹੜੇ ਤੌਰ ਤੇ ਕਹਿੰਦੇ ਆ ਜੀ ਇਹਨੂੰ ਇਟਾਲੀਅਨ ਦੇ ਵਿੱਚ, ਤੇ ਜਿਸ ਤਰ੍ਹਾਂ ਜਨਮ ਦੇ ਕੇਕ ਹੋ ਗਏ, ਜਨਮ ਦਿਨਾਂ ਤੇ ਕੱਟਣ ਵਾਲੇ ਕੇਕ, ਜਾਂ ਵਿਆਹ ਸ਼ਾਦੀਆਂ ਦੇ ਮੌਕੇ ਜਿਹੜੇ ਅਸੀਂ ਕੇਕ ਕੱਟਦੇ ਆ ਉਹ ਵੀ ਇੱਥੇ ਬਣਾ ਕੇ ਇਹਨਾਂ ਨੇ ਫ੍ਰਿਜ ਦੇ ਵਿੱਚ ਲਾਏ ਹੋਏ ਨੇ। ਤੇ ਤੁਸੀਂ ਕੈਮਰੇ ਦੇ ਰਾਹੀਂ ਆ ਸ਼ਾਇਦ ਇੱਕ ਕੇਕ ਜਿਹੜਾ ਸਭ ਤੋਂ ਥੱਲੇ ਪਿਆ ਵਾ, ਇੱਥੇ 18 ਲਿਖਿਆ ਹੋਇਆ ਜੀ। ਤੇ ਇਹ 18 ਸਾਲ ਦਾ ਜਿਹੜਾ ਕੇਕ ਆ, ਕੋਈ ਬੱਚਾ ਜਿਹੜਾ 18 ਸਾਲ ਦਾ ਹੋਇਆ ਉਹਦੇ ਜਨਮ ਦਿਨ ਤੇ ਕੱਟਿਆ ਜਾਣ ਵਾਸਤੇ ਜਿਹੜਾ ਕੇਕ ਆ ਉਹ ਬਣਾਇਆ ਵਾ, ਤੁਸੀਂ ਕੈਮਰੇ ਤੇ ਹੁਣ ਵੇਖਿਆ ਵਾ। ਤੇ ਉਸ ਤੋਂ ਬਾਅਦ 'ਚ ਜਿਹੜੀ ਇਹਨਾਂ ਕਰਨੀਤੀਆਂ ਦੀ ਜਿਹੜੀ ਡਿਲੀਵਰੀ ਆ ਉਹ ਕਿਸ ਤਰ੍ਹਾਂ ਹੁੰਦੀ ਆ ਉਹਦੇ ਸਬੰਧ ਵਿੱਚ ਵੀ ਅਸੀਂ ਤੁਹਾਡੀ ਇਹਨਾਂ ਨਾਲ ਮਾਲਕਾਂ ਨਾਲ ਜਿਹੜੀ ਗੱਲਬਾਤ ਆ ਉਹ ਕਰਾਵਾਂਗੇ। ਹੁਣ ਇਹ ਜਿਹੜੇ ਸ਼ਾਪ ਤੋਂ ਇਹਨਾਂ ਦੇ ਬਾਂਕੋ ਤੋਂ ਜਿਹੜਾ ਕਾਊਂਟਰ ਤੋਂ ਇਟਾਲੀਅਨ ਜਿਹੜੇ ਇੱਥੇ ਦੇ ਲੋਕ ਆ ਉਹ ਸਮਾਨ ਲੈਣ ਆ ਰਿਹਾ, ਉਹਨਾਂ ਨੂੰ ਪੁੱਛਦੇ ਹੋ ਕਿ ਇਹਨਾਂ ਕੋਲੋਂ ਲੈਣ ਆਏ ਤਾਂ ਕੀ ਉਹਨਾਂ ਨੂੰ ਪਸੰਦ ਆ ਰਿਹਾ। Ciao, buonasera. Ciao. Mi può dire che cosa ha venuto oggi a comprare da qua a pasticceria? Io tutto compro qua, sono una cliente fissa. Ah, Cornetti, pastarelle, pasticcini, rinfreschi per le feste, tutto. tutto. Torte, tutto. ਤੋਰਤੇ ਇਹਨਾਂ ਦੱਸਿਆ ਜੀ ਜਿਹੜੇ ਤਰਮਨ ਜੀ ਨੇ ਇਹਦਾ ਬ੍ਰੈਡ ਦੇ ਵਿੱਚ ਜਿਹੜੇ ਸਲਾਦਾ ਲਾਇਆ ਹੁੰਦਾ ਉਹਨੂੰ ਤਰਮਨ ਜੀ ਨੇ ਇੱਥੇ ਕਹਿੰਦੇ ਉਹ ਇਹ ਲੈਣ ਆਇਆ। ਤੇ ਕਹਿੰਦੇ ਵੈਸੇ ਜਿਹੜੇ ਕੇਕ ਆ, ਜਿਹੜੇ ਬਰਥਡੇ ਕੇਕ ਆ ਤੇ ਬਿਸਕੁਟ ਵਗੈਰਾ ਇਹ ਸਾਰੇ ਇੱਥੋਂ ਖਰੀਦਦੇ ਆ। ਕਿ ਤੇ ਸੇ ਪਿਆਚਨੋ ਕੁਛ dolci che Tantissimo, tantissimo, consiglio a tutti. ਲਓ ਜੀ, ਇਹਨਾਂ ਦੱਸਿਆ ਜੀ ਬਹੁਤ ਜਿਹੜੀਆਂ ਡੋਲਚੇ ਬਹੁਤ ਵਧੀਆ ਬਣਾਉਂਦੇ ਆ ਤੇ ਕਾਫੀ ਇਹਨਾਂ ਜਿਹੜੀਆਂ ਮਸ਼ਹੂਰ ਇਹ ਸ਼ਾਪ ਆ ਇੱਥੇ ਇਸ ਏਰੀਏ ਵਿੱਚ, ਤੇ ਇੱਥੋਂ ਹੀ ਹਮੇਸ਼ਾ ਇਹ ਜਿਹੜਾ ਸਮਾਨ ਇਹ ਖਰੀਦਦੇ ਆ। ਗ੍ਰਾਸੀ Prego, numeri 1. ਇਹਨਾਂ ਦੱਸਿਆ ਜੀ 1 ਨੰਬਰ ਤੇ ਇਹਨਾਂ ਦੀ ਜਿਹੜੀ ਸ਼ਾਪ ਹੈ ਇੱਥੇ ਇਸ ਏਰੀਏ ਵਿੱਚ ਹੈ। ਦਰਸ਼ਕੋ ਤੁਸੀਂ ਦੇਖ ਸਕਦੇ ਹੋ ਵੱਖ ਤਰ੍ਹਾਂ ਦੀਆਂ ਮਠਿਆਈਆਂ ਜਿਹੜੀਆਂ ਸਾਡੀ ਬਣ ਕੇ ਪੱਕ ਕੇ ਰੈਡੀ ਹੋ ਚੁੱਕੀਆਂ। ਦੇ ਕਰੀਮ ਉੱਤੇ ਜਿਹੜੇ ਪਨੌਲੀ ਇੱਥੇ ਕਹਿੰਦੇ ਆ ਜੀ, ਆਪਣੇ ਪੰਜਾਬੀ 'ਚ ਕੀ ਕਹਿੰਦੇ ਇਹਨਾਂ ਨੂੰ, ਇਹ ਬਦਾਮ ਜਾਂ ਨਹੀਂ, ਇੱਥੇ ਇਟਾਲੀਅਨ 'ਚ ਪਨੌਲੀ ਕਹਿੰਦੇ ਆ। ਤੇ ਆਹ ਦੇਖੋ ਤੁਸੀਂ ਆਹ ਜੈਮ ਉੱਤੇ ਪਾਏ ਆ ਜੀ, ਅਲਬੀਕੋਕੇ ਦਾ ਜੈਮ ਆ। ਤੇ ਉੱਤੇ ਆ ਇੱਕ ਹੋਰ ਆਈਟਮ, ਇੱਕ ਨਵੀਂ ਆਈਟਮ ਇਹਦੇ ਵਿੱਚ ਕਰੀਮ ਤੇ ਮਾਂਦੁਰ ਲਿਆ। ਤੇ ਬਾਕੀ ਅਸੀਂ ਮਨਜੀਤ ਸਿੰਘ ਉਹਨਾਂ ਤੋਂ ਪੁੱਛਦੇ ਹਾਂ ਕੀ ਹੈ ਜੀ ਇਹ। ਹਾਂਜੀ, ਆ ਹੈਗਾ ਜੀ ਜਿਹੜੀ ਹੁਣ ਬਾਹਰ ਆਈਟਮ ਦਿਸ ਰਹੀ ਆ, ਇਹ ਬਦਾਮ ਉੱਤੇ ਪਾਏ ਹੋਏ ਆ ਤੇ ਵਿੱਚ ਇਹਦੇ ਕਰੀਮ ਆ। ਤੇ ਆ ਹੈਗਾ ਜਿਹੜਾ ਜੀ ਇਹ ਹੈਗੀ ਆ ਰਿਕੋਤਾ ਆ ਤੇ ਨਾਲ ਇਹਦੇ ਚਾਕਲੇਟ ਹੈ ਜੀ। ਇਹ ਰਿਕੋਤਾ ਕੀ ਚੀਜ਼ ਹੈ ਜੀ ਮਨਜੀਤ ਸਿੰਘ ਜੀ? ਰਿਕੋਤਾ ਦੁੱਧ ਤੋਂ ਜਿਹੜਾ ਤਿਆਰ ਹੁੰਦਾ, ਜਿਹਨੂੰ ਆਪਾਂ ਉਹ ਪਨੀਰ ਕਹਿ ਸਕਦੇ, ਪਨੀਰ ਕਹਿ ਸਕਦੇ ਜਿੱਦਾਂ। ਹਾਂਜੀ, ਉਹ ਆ ਇਹ। ਤੇ ਉਹਦੇ ਇੱਕ ਫੇ ਮਰਮਲਤ ਹੈ ਜੀ, ਇਹ ਅਲਬੀਕੋਕਾ ਜਿੱਦਾਂ ਆੜੂ ਵਾਲਾ ਟੇਸਟ ਵਿੱਚੋਂ ਆਉਂਦਾ ਇਹਦੇ। ਜੈਮ ਜਿਹਨੂੰ ਆਪਾਂ ਕਹਿੰਦੇ ਜੈਮ ਜਿਹਨੂੰ ਕਹਿ ਦਿੰਦੇ। ਹਾਂਜੀ, ਆ ਹੈਗਾ ਇਹ ਵੀ ਮਰਮਲਤ ਹੀ ਆ। ਇਹਨੂੰ ਸੁਸੀਨਾ ਜਿਹੜੇ ਉਹ
ਪੰਜਾਬੀ 'ਚ ਹੁਣ ਯਾਦ ਨਹੀਂ ਇਹਨੂੰ ਕੀ ਕਹਿੰਦੇ ਆ। ਇਹ ਸਾਰੀਆਂ ਆਈਟਮਾਂ ਇਹ ਰਸਤਾ ਤੇ ਜਾਏ ਆ ਇਹ ਵੀ ਜੈਮ ਇੱਕ ਰਸਤਾ ਦੇ ਠੀਕ ਹੈ ਜੀ। ਇਹ ਵੀ ਤਿਆਰ ਹੋ ਕੇ ਮੁੜ ਕੇ ਇੱਕ ਆ ਜੀ ਦਰਸ਼ਕੋ, ਇੱਕ ਹੋਰ ਆਈਟਮ ਹੈ ਵੀ ਤੁਹਾਨੂੰ ਭਾਜੀ ਹੁਣਾਂ ਨੂੰ ਪੁੱਛਦੇ ਆ, ਇਹ ਕਿਹੜੀ ਆਈਟਮ ਹੈ ਜੀ? ਮਿੱਠੀ ਆ ਜਾਂ ਲੂਣ ਵਾਲੀ ਹੈ ਜੀ? ਇਹ ਲੂਣ ਵਾਲੀ ਆ ਜੀ, ਇਹਨੂੰ ਪਸੇਤੇ ਕਹਿੰਦੇ ਆ ਇਟਾਲੀਅਨ ਦੇ ਵਿੱਚ। ਉੱਪਰ ਪਾਈ ਹੋਈ ਇਹਦੇ ਟਮਾਟਰ ਸੌਸ ਜਿੱਦਾਂ ਹੁੰਦਾ, ਇਹ 'ਚ ਲੂਣ ਹੁੰਦਾ ਉਹ ਆ। ਤੇ ਆ ਜਿਹੜਾ ਇਹ ਵਿੱਚ ਇਹਦੇ ਬਣਿਆ ਹੈ ਪਾਸਤਾ ਸਫੋਲੀਆ ਜਿਹੜਾ ਹੁੰਦਾ, ਇਹ ਤਲੀ ਹੋਈ ਹੈ ਜਾਂ ਓਵਨ 'ਚ ਨਹੀਂ ਲੱਗੀ ਹੈ? ਓਵਨ 'ਚ ਲੱਗੀ ਹੋਈ ਹੈ। ਇਹ ਓਵਨ 'ਚ ਫੁਰਨ ਦੇ ਲੱਗੀ ਹੈ। ਵਿੱਚ। ਕੀ ਨਾਮ ਦੱਸਿਆ ਤੁਸੀਂ ਇਹਨਾਂ ਦਾ ਜੀ? ਪਸੇਤੇ ਕਹਿੰਦੇ ਆ ਜੀ ਇਹਨੂੰ। ਪਸੇਤੇ। ਹਾਂਜੀ, ਇਹਨਾਂ ਨੂੰ ਇਟਾਲੀਅਨ 'ਚ ਪਸੇਤੇ ਕਹਿੰਦੇ ਆ ਜੀ। ਇਹ ਵੀ ਇੱਕ ਇਹਨਾਂ ਦੀ ਇੱਕ ਹੋਰ ਆਈਟਮ ਹੈ, ਮਤਲਬ ਕੱਲੀਆਂ ਮਿੱਠੀਆਂ ਨਹੀਂ ਗੀਆਂ, ਇਹ ਲੂਣ ਵਾਲੀਆਂ ਚੀਜ਼ਾਂ ਵੀ ਤਿਆਰ ਕਰਦੇ ਆ। ਉਹ ਤੁਸੀਂ ਦੇਖ ਸਕਦੇ ਆ, ਹੋਰ ਵੀ ਵੱਖਰੀਆਂ ਆਈਟਮਾਂ। ਤੇ ਸੈਂਡਵਿਚ ਜਿੱਦਾਂ ਉਹਨਾਂ ਨੇ ਦੱਸਿਆ ਭਾਜੀ ਹੁਣਾਂ ਨੇ, ਤੇ ਤਰਮਜੀਨੀਆਂ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਜਿਨ੍ਹਾਂ ਵਿੱਚ ਬ੍ਰੈਡ ਆ, ਬ੍ਰੈਡ ਨੂੰ ਆਲੇ ਦੁਆਲੇ ਪੱਟ ਕੇ ਉਹਨਾਂ ਨੂੰ ਵਿੱਚ ਆਈਟਮਾਂ ਵੱਖਰੀਆਂ ਤਿਆਰ ਕੀਤੀਆਂ ਜਾਂਦੀਆਂ। ਤੇ ਉਹ ਵੀ ਜਿਹੜੀਆਂ ਇੱਥੇ ਇਹ ਆਪਣੇ ਬਾਂਕੋ ਤੇ ਜਾਂ ਕਾਊਂਟਰ ਤੇ, ਬਾਂਕੋ ਇਸ ਇਟਾਲੀਅਨ ਵਿੱਚ ਕਹਿੰਦੇ ਆ, ਤੇ ਕਾਊਂਟਰ ਤੇ ਉਹ ਵੀ ਜਿਹੜੇ ਇਹਨਾਂ ਦੇ ਵੇਚਦੇ ਆ, ਉਹ ਵੇਚਦੇ ਵੀ ਆ। ਤੇ ਉਹ ਅਸੀਂ ਹਾਂਜੀ ਬਾਹਰ ਵੀ ਸਪਲਾਈ ਕਰਦੇ ਆ। ਬਾਹਰ ਵੀ ਜਿੱਦਾਂ ਉਹਨਾਂ ਨੂੰ ਆਰਡਰ 12 ਤੋਂ ਆਉਂਦੇ ਆ ਰੋਮ ਸ਼ਹਿਰ ਤੋਂ, ਤੇ ਉਹ ਬਾਹਰ ਵੀ ਇਹ ਸਪਲਾਈ ਕਰਦੇ ਆ। ਤੁਸੀਂ ਦੇਖ ਸਕਦੇ ਹੋ ਜੀ, ਇਹ ਵੱਖਰੀਆਂ ਇਹ ਕਿਹੜੀ ਬਣੀ ਆ ਭਾਜੀ, ਤੁਸੀਂ ਦੱਸ ਸਕਦੇ ਹੋ ਸਾਨੂੰ? ਇਹ ਜਿੱਦਾਂ ਜੀ ਆ ਜਿੱਦਾਂ ਹੈਮ ਦੀ ਹੈਗੀ ਆ ਬਰਜ਼ਾਵਲਾ ਕਹਿੰਦੇ ਇੱਥੇ ਜੀ। ਆ ਤੋਨੋ ਪੋਮੋਦੋਰੋ ਜਿੱਦਾਂ ਹੈਗੀ ਆ, ਮਤਲਬ ਮੱਛੀ ਵਾਲੀ ਤੇ ਪੋਮੋਦੋਰੋ ਉਹ ਟਮਾਟਰ ਵਾਲੀ ਆ। ਤੇ ਆ ਸਲਾਮੀ ਆ, ਤੇ ਬਾਕੀ ਪੋਮੋਦੋਰੋ ਮੁਸਰੇਲਾ ਜੀ। ਵੈਜੀਟੇਰੀਅਨ ਵੀ ਹੈਗੀਆਂ ਵਿੱਚ, ਦੋਨੋਂ ਕਰਚੋਫੀਨੀ ਆ ਜੀ। ਇਹ ਸਾਰੀਆਂ ਬੱਕਰੀਆਂ ਦੋਨੇ ਤਰ੍ਹਾਂ ਦੇ ਤੁਸੀਂ ਬਣਾਉਣੇ ਮੈਨੇ, ਵੈਜੀਟੇਰੀਅਨ ਤੇ ਬਣਾਉਂਦੇ ਆ ਤੇ ਨਾਨ ਵੈਜ ਵੀ। ਇਸ ਤਰ੍ਹਾਂ ਅਸੀਂ ਆਪਣੇ ਦਰਸ਼ਕਾਂ ਨੂੰ ਫੈਕਟਰੀ ਸਾਰੀ ਦਿਖਾ ਚੁੱਕੇ ਹਾਂ ਕਿ ਕਿਸ ਤਰ੍ਹਾਂ ਇਹ ਜਿਹੜਾ ਸਮਾਨ ਆ ਬਣ ਕੇ ਉਹ ਵਿਕਰੀ ਵਾਸਤੇ, ਪਰਚੇਜਿੰਗ ਵਾਸਤੇ ਕਾਊਂਟਰ ਤੇ ਆਇਆ। ਤੇ ਕਾਊਂਟਰ ਤੇ ਸਾਡੇ ਨਾਲ ਸਰਦਾਰ ਤਜਿੰਦਰ ਸਿੰਘ ਜੀ ਬੱਬੀ ਹੈ, ਜਿਨ੍ਹਾਂ ਦਾ ਪਿੰਡ ਆ ਲਸਾੜਾ ਫਲੋਰ ਦੇ ਲਾਗੇ। KTV ਦੇਖ ਰਹੇ ਸਮੁੱਚੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਗੁਰਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਬੱਬੀ ਜੀ, ਤੁਸੀਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਵੀ ਜਿਹੜਾ ਇਹ ਸਮਾਨ ਪਿੱਛੋਂ ਬਣ ਕੇ ਤਿਆਰ ਹੁੰਦਾ ਵਾ ਇੱਥੇ ਆਇਆ, ਇਹਦੀ ਵਿਕਰੀ ਕਿੱਦਾਂ ਹੁੰਦੀ ਹੈ? ਇਹਦੀ ਵਿਕਰੀ ਜੀ ਅਸੀਂ ਦੋ ਤਰੀਕੇ ਨਾਲ ਕਰਦੇ ਹਾਂ। ਇੱਕ ਤਾਂ ਸਾਡੇ ਕੋਲ ਜਿੱਦਾਂ ਕਸਟਮਰ ਡਾਇਰੈਕਟ ਆ ਰਿਹਾ ਤੇ ਉਹ ਇੱਥੋਂ ਸਮਾਨ ਲੈ ਕੇ ਜਾਂਦਾ, ਤੇ ਇੱਕ ਅਸੀਂ ਸਮਾਨ ਜਿਹੜਾ ਆ ਉਹ ਡਿਲੀਵਰੀਆਂ ਅਸੀਂ ਕਰਦੇ ਹੈਗੇ ਆ। ਉਹ ਰੋਜ਼ਾਨਾ ਸਾਡੀਆਂ ਜਿੱਦਾਂ 5-6 ਵੈਨਾਂ ਹੈਗੀਆਂ, ਉਹ ਸਵੇਰੇ ਅਸੀਂ ਇੱਥੋਂ ਤੜਕੇ 4 ਵਜੇ, ਕਿਉਂਕਿ ਵੱਖ-ਵੱਖ ਬਾਰਾਂ ਦੇ ਸਾਡੇ ਕੋਲ ਆਰਡਰ ਹੁੰਦੇ ਆ, ਤੇ ਉਹਨਾਂ ਦੇ ਅਸੀਂ ਟਾਈਮ ਵਗੈਰਾ ਲਿਖਿਆ ਹੁੰਦਾ ਕਿ ਕਿੰਨੇ ਵਜੇ ਕਿਹੜੀ ਤੇ ਕਿੰਨੇ ਵਜੇ ਕਿੱਥੇ ਪਹੁੰਚਾਉਣਾ ਹੈਗਾ। ਤੇ ਅਸੀਂ ਰੋਮ ਦੇ ਆਲੇ ਦੁਆਲੇ ਦੇ ਕਸਬਿਆਂ ਵਿੱਚ ਵੀ ਜਾਂਦੇ ਆ ਸਮਾਨ ਲੈ ਕੇ, ਤੇ ਉਹ ਸਵੇਰੇ ਰੋਜ਼ਾਨਾ 4 ਵਜੇ ਜਾਈਦਾ ਜੀ। ਤੇ 8:30-9 ਵਜੇ ਦੇ ਤਕਰੀਬਨ ਉਹ ਸਮਾਨ ਸਾਰੀਆਂ ਬਾਰਾਂ ਦੇ ਉੱਤੇ ਡਿਲੀਵਰ ਕਰਕੇ ਤੇ ਅਸੀਂ ਵਾਪਸ ਜਿਹੜਾ ਫਿਰ ਇੱਥੇ ਆ ਜਾਈਦਾ ਜੀ। ਤੇ ਇੱਥੋਂ ਵੀ ਸਾਡਾ ਸਮਾਨ ਜਿਹੜਾ ਆ ਕਸਟਮਰ ਆਉਂਦੇ ਆ ਤੇ ਲੈ ਕੇ ਜਾਂਦੇ ਆ ਜੀ। ਇਹ ਦੋ ਤਰ੍ਹਾਂ ਪਰਚੇਜ ਕਰਦੇ ਆ ਜੀ, ਇੱਕ ਇੱਥੇ ਕਾਊਂਟਰ ਤੇ ਜਿਹੜੀ ਸੇਲ ਆ ਉਹ ਕਰਦੇ ਆ, ਤੇ ਬਾਕੀ ਇਹਨਾਂ ਦੱਸਿਆ ਵੀ ਇਹਨਾਂ ਕੋਲ 5-6 ਆਪਣੀਆਂ ਵੈਨਾਂ ਨੇ ਜਿਨ੍ਹਾਂ ਦੇ ਵਿੱਚ ਲੱਦ ਕੇ ਡਿਲੀਵਰੀ ਕਰਦੇ ਆ ਹੋਰ ਜਿਹੜੇ ਕੈਫੇ ਬਾਰ ਆ। ਤੇ ਉਹ ਜਿਹੜੀਆਂ ਕੈਫੇ ਬਾਰ ਆ ਉਹ ਤੁਹਾਨੂੰ ਪਹਿਲਾਂ ਆਰਡਰ ਦਿੰਦੀਆਂ ਨੇ ਸਮਾਨ ਵਾਸਤੇ? ਹਾਂਜੀ, ਉਹ ਜਿੱਦਾਂ ਸਾਡੇ ਨਾਲ ਪੱਕੇ ਅਟੈਚ ਹੈਗੇ ਆ, ਤੇ ਉਹ ਸਾਨੂੰ ਰੋਜ਼ ਉਹਨਾਂ ਦੇ ਆਰਡਰ ਜਿਹੜੇ ਫਿਕਸ ਅਸੀਂ ਲਿਖੇ ਹੋਏ ਆ ਜੀ। ਤੇ ਜੇ ਕੋਈ ਘੱਟ ਵੱਧ ਕਰਨਾ ਹੋਵੇ ਤਾਂ ਉਹਨਾਂ ਦਾ ਮੈਸੇਜ ਆ ਜਾਂਦਾ, ਅਦਰਵਾਈਜ਼ ਜਿਹੜੇ ਲਿਖੇ ਹੋਏ ਆਰਡਰ ਆ ਅਸੀਂ ਉਹ ਰੋਜ਼ਾਨਾ ਤਿਆਰ ਕਰਕੇ ਤੇ ਸਵੇਰੇ ਉਹਨਾਂ ਨੂੰ ਪੁੱਜਦੇ ਕਰੀਦਾ ਜੀ। ਤੇ ਤੁਸੀਂ ਇੱਥੇ ਕਾਸੇ ਤੇ ਖੜੇ ਹੋ, ਕਾਊਂਟਰ ਤੇ ਖੜੇ ਹੋ, ਇੱਕ ਨਿੱਜੀ ਜਿਹਾ ਸਵਾਲ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵਾਂ, ਕਿਉਂਕਿ ਇਹ ਜਿਹੜਾ ਦੇਸ਼ ਹੈ ਇਟਲੀ, ਕਹਿਣ ਨੂੰ ਬੜਾ ਵਧੀਆ ਦੇਸ਼ ਆ, ਬੜਾ ਸੋਹਣਾ ਦੇਸ਼ ਆ, ਕਿਤੇ ਇਹ ਵਿਤਕਰੇ ਵਾਲੀ ਜਿਹੜੀ ਕੋਈ ਗੱਲ ਤਾਂ ਨਹੀਂ, ਜਿੱਦਾਂ ਤੁਹਾਡੇ ਕੇਸ ਰੱਖੇ ਆ, ਦਾੜਾ ਹੈਗਾ, ਕੁਛ ਇਦਾਂ ਤਰ੍ਹਾਂ ਦਾ ਕੋਈ ਵਿਤਕਰਾ ਤਾਂ ਨਹੀਂ ਹੈਗਾ ਤੁਹਾਡੇ ਨਾਲ? ਇਹ ਸਵਾਲ ਜੀ ਤੁਸੀਂ ਬਹੁਤ ਵਧੀਆ ਕੀਤਾ। ਕਈ ਵਾਰੀ ਨਾ ਆਉਂਦੇ ਆ ਲੋਕ, ਪਰ ਕਦੇ ਅੱਜ ਤੱਕ ਅਸੀਂ ਵਿਤਕਰੇ ਦਾ ਸ਼ਿਕਾਰ ਨਹੀਂ ਹੋਏ। ਸਾਨੂੰ ਉਹਨੇ ਕਦੀ ਨਹੀਂ, ਉਲਟਾ ਉਹ ਪੁੱਛਦੇ ਆ ਕਿ ਤੁਸੀਂ ਇਹ ਜਿਹੜਾ ਸਿਰ ਤੇ ਦਸਤਾਰ ਬੰਨੀ ਆ ਇਹਨੂੰ ਕੀ ਕਹਿੰਦੇ ਆ, ਧਰਮ ਤੁਹਾਡਾ ਕਿਹੜਾ, ਕਿੱਥੋਂ ਆ ਤੁਸੀਂ? ਫਿਰ ਸਾਨੂੰ ਸਮਾਂ ਉਹਨਾਂ ਨੂੰ ਅਸੀਂ ਸਾਰਾ ਦੱਸੀਦਾ। ਈਵਨ ਕਿ ਦਰਬਾਰ ਸਾਹਿਬ ਦੀ ਫੋਟੋ ਰੱਖੀ ਹੋਈ ਆ, ਉਹ ਵੀ ਫਿਰ ਉਹਨਾਂ ਨੂੰ ਦਿਖਾ ਲਈ ਦੀ ਆ, ਹੈ ਨਾ। ਤੇ ਬਹੁਤ ਲੋਕ ਇੰਟਰਸਟਿਡ ਹੋ ਕੇ ਸਾਨੂੰ ਸਾਡੇ ਧਰਮ ਦੇ ਬਾਰੇ ਸਵਾਲ ਪੁੱਟ ਕਰਦੇ ਆ, ਤੇ ਬੜਾ ਅੱਛਾ ਲੱਗਦਾ। ਤੇ ਉਹ ਮੈਨੂੰ ਕਹਿੰਦੇ ਆ ਕਿ ਜਿਹੜੀ ਤੇਰੀ ਦਸਤਾਰ ਵੱਜੀ ਆ ਨਾ, ਵਾਕਈ ਸੋਹਣੀ ਲੱਗਦੀ, ਤੇ ਤੂੰ ਇੱਦਾਂ ਬੰਨ੍ਹ ਕੇ ਰੱਖਿਆ ਕਰ, ਕੰਮ ਤੇ ਇੱਦਾਂ ਬੰਨ੍ਹ ਕੇ ਆਇਆ ਕਰ। ਧੰਨਵਾਦ ਜੀ ਬੱਬੀ ਜੀ ਤੁਹਾਡਾ ਬਹੁਤ। ਤੁਸੀਂ ਸਾਡੇ KTV ਦੇ ਦਰਸ਼ਕਾਂ ਦੇ ਨਾਲ ਜਿਹੜੇ ਆ ਉਹ ਆਪਣੀ ਫੈਕਟਰੀ ਦੇ ਨਾਲ ਸੰਬੰਧਿਤ ਵਿਚਾਰ ਪੇਸ਼ ਕੀਤੇ ਨੇ। ਤੇ ਇੱਕ ਮੇਰਾ ਜਿਹੜਾ ਸਵਾਲ ਆ ਉਹ ਰਹਿੰਦਾ ਵਾ, ਉਹ ਅਸੀਂ ਹੁਣ ਜਿਹੜੇ ਇੱਥੇ ਵਰਕਰ ਆ ਉਹਨਾਂ ਨੂੰ ਜ਼ਰੂਰ ਕਰਾਂਗੇ। ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਦਰਸ਼ਕੋ, ਇੱਕ ਬੜੀ ਹੋਰ ਅਹਿਮ ਜੀ ਚੀਜ਼ ਆ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਇਸੇ ਹੀ ਪ੍ਰੋਗਰਾਮ ਦੇ ਜ਼ਰੀਏ। ਉਹ ਕਹਿੰਦੇ ਆ ਵੀ ਜਿੱਥੇ ਵਰਕਰ ਜਿਹੜੇ ਆ ਨਾ, ਉਹ ਮਾਲਕ ਦੀਆਂ ਹਮੇਸ਼ਾ ਉਸ ਗਰੁੱਪ ਦੀਆਂ ਬਾਹਾਂ ਹੁੰਦੀਆਂ ਨੇ, ਤੇ ਅਸੀਂ ਜਿਹੜੇ ਇਹਨਾਂ ਦੇ ਵਰਕਰ ਆ ਉਹ ਵੀ ਸਾਡੇ ਨਾਲ ਮੌਜੂਦ ਆ ਤੇ ਇਹਨਾਂ ਨੂੰ ਪੁੱਛਾਂਗੇ। ਸੋਨੀ ਜੀ, ਤੁਹਾਡੇ ਨਾਲ ਇੱਥੇ ਕਿੰਨੇ ਕੁ ਜਿਹੜੇ ਵਰਕਰ ਆ ਉਹ ਕੰਮ ਕਰਦੇ ਨੇ ਤੇ ਇਸ ਫੈਕਟਰੀ ਦੇ ਵਿੱਚ ਕਿੱਦਾਂ ਦਾ ਮਾਹੌਲ ਆ ਤੇ ਤੁਸੀਂ ਕਿੰਨੇ ਕੁ ਘੰਟੇ ਡੇਲੀ ਇੱਥੇ ਕੰਮ ਕਰਦੇ ਹੋ? ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਅਸੀਂ ਇਸ ਫੈਕਟਰੀ ਦੇ ਵਿੱਚ ਤਕਰੀਬਨ 20-22 ਵਰਕਰ ਹੈਗੇ ਜਿਹੜੇ ਇਕੱਠੇ ਕੰਮ ਕਰਦੇ ਆ, ਕੁਝ ਰਾਤ ਨੂੰ ਕੁਝ ਦਿਨ ਨੂੰ, ਜਿੱਦਾਂ ਵੱਖਰੀ ਵੱਖਰੀ ਤੂਰਨੋਂ ਆ ਸਾਰਿਆਂ ਦੀ। ਤੇ ਬਹੁਤ ਵਧੀਆ ਮਾਹੌਲ ਆ, ਸਾਰੇ ਇੱਕ ਪਰਿਵਾਰ ਵਾਂਗੂ ਰਹਿੰਦੇ ਆ। ਮਾਲਕਾਂ ਨਾਲ ਵੀ ਕਦੀ ਇਦਾਂ ਨਹੀਂ ਹੋਇਆ ਵੀ ਮਾਲਕ ਆ ਜਾਂ ਕੋਈ ਵਰਕਰ ਆ ਜਾਂ ਕਿੱਦਾਂ, ਸਾਰਿਆਂ ਦਾ ਵਧੀਆ ਪਿਆਰ ਬਣਿਆ ਤੇ ਬਹੁਤ ਤਰੀਕੇ ਨਾਲ ਸਾਰੇ ਆਪਣੇ ਆਪਣੇ ਕੰਮ ਕਰਦੇ ਆ। ਬਹੁਤ ਵਧੀਆ ਲੱਗਦਾ, ਜਿੱਦਾਂ ਇੱਥੇ ਰਹਿ ਕੇ ਵੀ ਕਦੀ ਮਹਿਸੂਸ ਨਹੀਂ ਹੋਈ ਪਿੰਡਾਂ ਜਾਂ ਇੱਥੇ ਕੰਮ ਤੇ ਆ ਜਾਂ ਕਿਸੇ ਬਾਹਰਲੇ ਦੇਸ਼ ਦੇ ਵਿੱਚ ਕੰਮ ਕਰਦੇ ਆ। ਸੋ ਬਹੁਤ ਵਧੀਆ ਲੱਗਦਾ। ਅਵਤਾਰ ਜੀ, ਤੁਸੀਂ ਇੱਥੇ ਕਿੰਨੇ ਘੰਟੇ ਜਿਹੜੇ ਡੇਲੀ ਦੇ ਕੰਮ ਕਰਦੇ ਹੋ ਤੇ ਪਲੱਸ ਜਿਹੜੀ ਤੁਹਾਨੂੰ ਮਾਲਕਾਂ ਨੂੰ ਪੇਮੈਂਟ ਆਉ ਟਾਈਮ ਟੂ ਟਾਈਮ ਹੋ ਰਹੀ ਹੈ? ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਹਾਂਜੀ, ਮੈਂ ਇੱਥੇ 8 ਤੋਂ 9 ਘੰਟੇ ਕੰਮ ਕਰਦਾ ਜਿੱਦਾਂ, ਤੇ ਬਹੁਤ ਵਧੀਆ ਤਰੀਕੇ ਨਾਲ ਪੇਮੈਂਟ ਮਿਲ ਜਾਂਦੀ ਆ। ਜਿੱਦਾਂ ਸੁਣੀ ਦਾ ਆਪਾਂ ਇਟਲੀ 'ਚ ਹਾਲਾਤ ਬਹੁਤ ਮਾੜੇ ਆ, ਕਹਿੰਦੇ ਆ ਵੀ ਸਾਨੂੰ ਨਹੀਂ ਲੱਗਦਾ ਕੋਈ ਇਸ ਤਰ੍ਹਾਂ ਦੀ ਚੀਜ਼ ਹੈਗੀ ਆ। ਟਾਈਮ ਟੂ ਟਾਈਮ ਸਾਨੂੰ ਸਾਡੀ ਸੈਲਰੀ ਜਿਹੜੀ ਮਹੀਨੇ ਦੀ ਮਿਲ ਜਾਂਦੀ ਹੈ। ਜਿੱਦਾਂ ਬਹੁਤ ਵਧੀਆ, ਸਾਰਿਆਂ ਨਾਲ ਹੱਸ ਖੇਡ ਕੇ ਟਾਈਮ ਪਾਸ ਹੁੰਦਾ ਵਧੀਆ ਤਰੀਕੇ ਨਾਲ। ਕੋਈ ਲੱਗਦਾ ਨਹੀਂ ਇਹਦਾ ਸਾਨੂੰ ਵੀ ਇਹਦਾ ਕੰਮ ਤੇ ਅਸੀਂ ਹੈਗੇ ਆ। ਸਵੇਰੇ ਲੱਗ ਜਾਂਦਾ ਜਿੱਦਾਂ ਵਧੀਆ ਤਰੀਕੇ ਨਾਲ ਟਾਈਮ ਪਾਸ ਵਧੀਆ ਹੋ ਜਾਂਦਾ, ਸਾਡਾ ਕੰਮ ਤੇ ਦਿਲ ਲੱਗਾ ਰਹਿੰਦਾ। ਸੋ ਦਰਸ਼ਕੋ, ਜਿਹੜੀਆਂ ਇਸ ਫੈਕਟਰੀ ਨੂੰ ਲੈ ਕੇ ਆ ਗੱਲਾਂ ਬਾਤਾਂ ਵਾ, ਉਹ ਸਮਾਂ ਇਜਾਜ਼ਤ ਨਹੀਂ ਦਿੰਦਾ ਕਿ ਹੋਰ ਅੱਗੇ ਕਰੀਏ, ਕਿਉਂਕਿ ਹਰ ਚੀਜ਼ ਦੀ ਇੱਕ ਲਿਮਿਟ ਹੁੰਦੀ ਆ। ਤੇ ਅਸੀਂ ਅਗਲੀ ਵਾਰੀ ਇੱਕ ਹੋਰ ਨਵੀਂ ਗਰੁੱਪ ਨੂੰ ਮਿਲਣ ਦਾ ਵਾਅਦਾ ਕਰਕੇ ਹੋਏ, ਇੱਕ ਹੋਰ ਨਵੀਂ ਕਿਸੇ ਸ਼ਖਸੀਅਤ ਨੂੰ ਜਾਂ ਨਵੇਂ ਕਿਸੇ ਪ੍ਰੋਗਰਾਮ ਨੂੰ ਲੈ ਕੇ ਤੁਹਾਡੇ ਤੱਕ ਪਹੁੰਚਾਂਗੇ। ਤੇ ਸਾਡੇ ਨਾਲ ਸੰਦੀਪ ਜੀ ਆਏ ਨੇ ਯੂਕੇ ਤੋਂ, ਉਹਨਾਂ ਨੂੰ ਵੀ ਇੱਥੇ ਆਇਆ ਨਿੱਘੀ ਜੀ ਆਇਆਂ ਆਖਦੇ ਆ। ਇਸ ਪ੍ਰੋਗਰਾਮ ਦੇ ਲਈ ਗੁਰਵਿੰਦਰ ਕੁਮਾਰ ਬਿੱਟੂ ਜੀ ਹੁਣਾਂ ਨੇ ਬੜਾ ਅਹਿਮ ਸਹਿਯੋਗ ਜਿਹੜਾ ਉਹ ਨਿਭਾਇਆ ਵਾ, ਉਹਨਾਂ ਦੇ ਵੀ ਦਿਲੀ ਧੰਨਵਾਦੀ ਆ। ਮਨਜੀਤ ਸਿੰਘ ਜੀ ਜੱਸੋ ਮਜਾਰਾ ਤੋਂ ਤੇ ਤਜਿੰਦਰ ਸਿੰਘ ਜੀ ਬੱਬੀ ਲਸਾੜਾ, ਜਿਹੜੇ ਕਿ ਸਾਡਾ ਛੋਟਾ ਵੀਰ ਦਵਿੰਦਰ ਸਿੰਘ ਜਿਹੜੇ ਇਸ ਕੰਮ ਨੂੰ ਆ ਉਹ ਚਲਾ ਰਹੇ ਨੇ, ਤੇ ਇਹਨਾਂ ਦੀ ਇਸ ਕਾਮਯਾਬੀ ਲਈ ਇਹਨਾਂ ਨੂੰ ਸ਼ੁਭ ਕਾਮਨਾਵਾਂ ਦਿੰਦੇ ਆ ਤੇ ਉਸ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਕਿ ਇਹ ਜਿਹੜਾ ਕਾਰੋਬਾਰ ਆ ਇਸੇ ਤਰ੍ਹਾਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।